Hello everyone, welcome to the session. ਅੱਜ ਦੀ ਕਲਾਸ 'ਚ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਤੇ ਉਹਦਾ ਪਹਿਲਾ ਚੈਪਟਰ ਸੈਲਫ ਅਵੇਅਰਨੈਸ ਐਂਡ ਸੈਲਫ ਡਿਸਪਲਿਨ ਯਾਨੀ ਸਵੈ ਜਾਗਰੂਕਤਾ ਤੇ ਸਵੈ ਅਨੁਸ਼ਾਸਨ ਬਾਰੇ। ਇਹਦਾ ਪਾਰਟ 1A ਦਾ ਵੀਡੀਓ ਮੈਂ ਆਲਰੇਡੀ ਅਪਲੋਡ ਕੀਤਾ ਹੋਇਆ ਤੇ ਅੱਜ ਆਪਾਂ ਚਰਚਾ ਕਰਾਂਗੇ ਪਾਰਟ B ਬਾਰੇ, ਜਿਹਦੇ ਵਿੱਚ ਦੱਸਿਆ ਗਿਆ ਫਲੈਕਸੀਬਲ ਐਟੀਟਿਊਡ ਬਾਰੇ। ਕਹਿਣ ਦਾ ਮਤਲਬ ਤੁਹਾਡਾ ਜਿਹੜਾ ਰਵੱਈਆ ਹੈਗਾ ਉਹ ਰਿਜਿਡ ਨਹੀਂ ਹੋਣਾ ਚਾਹੀਦਾ, ਸਖਤ ਨਹੀਂ ਹੋਣਾ ਚਾਹੀਦਾ। ਤੁਸੀਂ ਓਪਨ ਮਾਈਂਡਡ ਹੋਣੇ ਚਾਹੀਦੇ ਹੋ ਕਿ ਜੋ ਚੀਜ਼ ਸਹੀ ਹੈ ਉਹਦੇ ਵੱਲ ਨੂੰ ਆਪਾਂ ਜਾਣਾ, ਜੋ ਗਲਤ ਹੈ ਉੱਥੇ ਨਹੀਂ ਅੜਨਾ ਚਾਹੀਦਾ। ਜਿਵੇਂ ਇੱਥੇ ਕਿਹਾ ਚੇਂਜ ਇਜ਼ ਦ ਲਾਅ ਆਫ ਨੇਚਰ, ਪਰਿਵਰਤਨ ਕੁਦਰਤ ਦਾ ਨਿਯਮ ਹੈਗਾ। As it is well said that flowing water never goes stale, ਤੇ ਇਹ ਵੀ ਕਿਹਾ ਜਾਂਦਾ ਹੈ ਵੀ ਜਿਹੜਾ ਵਗਦਾ ਪਾਣੀ ਹੈਗਾ ਉਹ ਕਦੀ ਵੀ ਬਾਸੀ ਨਹੀਂ ਨਾ ਹੁੰਦਾ, ਮਤਲਬ ਜੇ ਖੜਾ ਰਹੇਗਾ ਤਾਂ ਬਾਸੀ ਹੋ ਜਾਏਗਾ। Human nature is also just like the same, ਤੇ ਮਨੁੱਖ ਦੀ ਜਿਹੜਾ ਸੁਭਾਅ ਹੈਗਾ ਉਹ ਵੀ ਬਿਲਕੁਲ ਅਜਿਹਾ ਹੀ ਹੈ। ਜੇ ਖੜੇ ਰਹੋਗੇ ਤਾਂ ਸਥਿਰ ਰਹੋਗੇ ਤਾਂ ਉਹ ਸਟੇਲ ਪੁਰਾਣਾ ਬਾਸੀ ਹੋ ਜਾਊਗਾ, ਪਰ ਜੇ ਵੱਧਦੇ ਰਹੋਗੇ ਅੱਗੇ ਚੇਂਜ ਹੁੰਦੇ ਰਹੋਗੇ ਤਾਂ ਆਪਾਂ ਇਹ ਕਹਾਂਗੇ ਹਮੇਸ਼ਾ ਤੁਸੀਂ ਨਵੀਆਂ ਚੀਜ਼ਾਂ ਸਿੱਖੋਗੇ, ਬਦਲਾਵ ਦੇਖੋਗੇ ਆਪਣੇ ਵਿੱਚ ਇੱਕ ਪੋਜ਼ਿਟਿਵ ਵੇ ਦੇ ਵਿੱਚ। If a person does not have a flexible attitude, ਜੇ ਕਿਸੇ ਵਿਅਕਤੀ ਦੇ ਵਿੱਚ ਉਹ ਫਲੈਕਸੀਬਲ ਸਮਝਣ ਵਾਲਾ ਐਟੀਟਿਊਡ ਜਾਂ ਆਪਾਂ ਕਹਿ ਸਕਦੇ ਹਾਂ ਇੱਕ ਰਵੱਈਆ ਨਹੀਂ ਹੈਗਾ, he she can never adapt himself herself with the environment, ਤਾਂ ਫਿਰ ਉਹ ਕਦੇ ਵੀ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਨਹੀਂ ਬਣਾ ਸਕਦਾ, ਨਹੀਂ ਢਾਲ ਸਕਦਾ, ਆਪਣੇ ਆਪ ਨੂੰ ਨਹੀਂ ਢਾਲੇਗਾ ਵੀ। A narrow minded person is never happy, ਜਿਹਦੀ ਸੋਚ ਹੀ ਮਤਲਬ ਛੋਟੀ ਹੋਏ ਵੀ ਮੈਂ ਇਹੀ ਕਰਨਾ ਹੈ ਜੋ ਮੈਂ ਕਰਦੀ ਆਈ ਹਾਂ, ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦਾ। Such person becomes toxic and spreads negativity all around, ਤੇ ਅਜਿਹਾ ਇਨਸਾਨ ਜਿਹੜਾ ਬਦਲਣਾ ਹੀ ਨਹੀਂ ਚਾਹੁੰਦਾ, ਉੱਥੇ ਹੀ ਰਹਿਣਾ ਚਾਹੁੰਦਾ ਹੈ, ਠੀਕ ਹੈ, ਕੋਈ ਨਵੀਂ ਸੁਝਾਅ ਨਹੀਂ ਮੰਨਦਾ, ਉਹ ਆਪ ਵੀ ਥੋੜਾ ਨੈਗੇਟਿਵ ਹੋ ਜਾਂਦਾ ਹੈ ਤੇ ਆਲੇ ਦੁਆਲੇ ਵੀ ਉਹ ਨੈਗੇਟਿਵ ਜੀ ਸੋਚ ਜਿਹੜੀ ਹੈਗੀ ਆ ਉਹ ਫੈਲਾਣੀ ਸ਼ੁਰੂ ਕਰ ਦਿੰਦਾ ਹੈ। Besides this, that person fails to maintain relations with others because she is never ready to welcome others' viewpoints, ਤੇ ਇਸ ਤੋਂ ਇਲਾਵਾ ਉਹ ਨੈਗੇਟਿਵਿਟੀ ਵੀ ਫੈਲਾਉਂਦਾ ਹੈ, ਦੂਜਿਆਂ ਨਾਲ ਰਿਸ਼ਤਾ ਵੀ ਨਹੀਂ ਕਾਇਮ ਕਰ ਸਕਦਾ ਕਿਉਂਕਿ ਉਹ ਦੂਜਿਆਂ ਦੇ ਵਿਚਾਰ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ। ਹੋਲ ਹਾਰਟedly, ਮਤਲਬ ਪੂਰੇ ਦਿਲ ਦੇ ਨਾਲ ਉਹ ਕਦੇ ਵੀ ਕਿਸੇ ਦੇ ਵਿਚਾਰਾਂ ਨੂੰ ਵੈਲਕਮ ਨਹੀਂ ਕਰਦਾ। ਐਂਡ ਕ੍ਰਿਟਿਸਿਜ਼ਮ ਫॉर ਹਿਜ਼ ਓਨ ਆਈਡੀਓਲੋਜੀ, ਤੇ ਆਪਣੀ ਸੋਚ ਤੇ ਤਾਂ ਕਦੇ ਸਵਾਲ ਉਹ ਉੱਠਣ ਹੀ ਨਹੀਂ ਦਿੰਦਾ, ਆਪਣੇ ਵਿਚਾਰਾਂ ਤੇ, ਆਪਣੀ ਸੋਚ ਤੇ। ਤੇ ਇਸੇ ਲਈ ਇੱਥੇ ਲਿਖਿਆ flexible attitude therefore is a very necessary trait to be developed in the individual for healthy adjustment with others, ਤੇ ਇਸੇ ਕਰਕੇ ਇੱਕ flexible attitude ਹੋਣਾ ਚਾਹੀਦਾ, ਰਵੱਈਆ ਹੋਣਾ ਚਾਹੀਦਾ, ਜਿਹਦੇ ਨਾਲ ਇੱਕ ਹੁਨਰ ਆਪਾਂ ਨਵਾਂ ਸਿੱਖ ਸਕਦੇ ਹਾਂ, ਜਿਹਦੇ ਨਾਲ ਦੂਜਿਆਂ ਦੇ ਨਾਲ ਵਧੀਆ ਤਰੀਕੇ ਨਾਲ ਐਡਜਸਟ ਕਰ ਸਕਦੇ ਹਾਂ, ਰਹਿ ਸਕਦੇ ਹਾਂ ਤੇ ਦਿਮਾਗ ਦਾ ਵਿਕਾਸ ਕਰ ਸਕਦੇ ਹਾਂ। ਹੁਣ ਇੱਥੇ ਇੱਕ ਐਕਟੀਵਿਟੀ ਦਿੱਤੀ ਗਈ ਹੈ, ਪਰ ਉਦੋਂ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸਿਓ ਵੀ ਤੁਹਾਡਾ ਐਟੀਟਿਊਡ ਕਿਹੋ ਜਿਹਾ, ਫਲੈਕਸੀਬਲ ਐਟੀਟਿਊਡ ਹੈਗਾ ਜਾਂ ਨਹੀਂ ਹੈ, ਜਾਂ ਤੁਸੀਂ ਉਹੀ ਨੈਰੋ ਮਾਈਂਡਡ ਹੈਗੇ ਹੋ ਵੀ ਰਿਜਿਡ ਐਟੀਟਿਊਡ ਰੱਖਦੇ ਹੋ ਵੀ ਨਹੀਂ ਜੀ ਇਦਾਂ ਦਾ ਇਦਾਂ ਹੀ ਰਹੇਗਾ। ਇੱਥੇ ਲਿਖਿਆ ਹੋਇਆ ਡੀਅਰ ਸਟੂਡੈਂਟਸ, ਆਰ ਟੂਡੇਜ਼ ਟੌਪਿਕ ਇਜ਼ ਫਲੈਕਸੀਬਲ ਐਟੀਟਿਊਡ, ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸੀ ਦ ਪਿਕਚਰ, ਆ ਤਸਵੀਰ ਤੁਸੀਂ ਦੇਖ ਰਹੇ ਹੋ, ਤਾਲਾ ਵੱਜਿਆ ਹੋਇਆ, ਐਂਡ ਟੈਲ what is tried to be shown in this picture, ਇਸ ਤਸਵੀਰ ਦੇ ਵਿੱਚ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਠੀਕ ਹੈ। ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ, ਮੈਂ ਵੱਡਾ ਕਰਕੇ ਲਿਖਿਆ ਪਰ ਤੁਸੀਂ ਛੋਟਾ ਵੀ ਲਿਖ ਸਕਦੇ ਹੋ। ਤੇ ਮੈਂ ਇੱਥੇ ਲਿਖਿਆ the image of a locked lock, ਇਹ ਜਿਹੜਾ ਲੌਕ ਹੈ ਉਹ ਬੰਦ ਹੈਗਾ, ਦੇਖ ਰਹੇ ਹੋ ਲੌਕ ਤੇ ਤਾਲਾ ਵੱਜਿਆ ਹੋਇਆ। In the mind of a person effectively illustrates the concept of a rigid or a closed mindset, ਇਹ ਦਿਖਾਉਂਦਾ ਹੈ, ਧਾਰਨਾ ਦਿੰਦਾ ਹੈ ਵੀ ਬਹੁਤ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਇਸ ਬੰਦੇ ਦਾ ਜਿਹੜਾ ਦਿਮਾਗ ਹੈਗਾ ਉਹ ਬਿਲਕੁਲ ਉਹਨੂੰ ਕੁੰਡੀ ਵੱਜ ਚੁੱਕੀ ਹੈ, ਠੀਕ ਹੈ, ਉਹ ਮਾਈਂਡਸੈਟ ਬਹੁਤ ਸਖਤ ਹੈ, ਉਹ ਕਲੋਜ਼ਡ ਹੈ, ਉਹ ਚੇਂਜ ਨਹੀਂ ਹੋਣਾ ਚਾਹੁੰਦਾ। When someone's mind is locked, ਜੇ ਦਿਮਾਗ ਬੰਦ ਹੋਏ, ਤਾਲਾ ਲੱਗਿਆ ਹੋਏ, it signifies that they are resistant to new ideas, ਵੀ ਉਹ ਨਾ ਕਰਦੇ ਰਹਿੰਦੇ ਨੇ, ਠੀਕ ਹੈ, ਤਬਦੀਲੀ, ਬਦਲਾਵ, changes or different perspectives, ਦ੍ਰਿਸ਼ਟੀਕੋਣ ਪ੍ਰਤੀ ਉਹ ਆਪਾਂ ਇਹ ਕਹਿ ਸਕਦੇ ਹਾਂ ਨਾ ਹੀ ਕਰਦੇ ਨਵੀਆਂ ਚੀਜ਼ਾਂ ਨੂੰ। This inflexibility can prevent personal growth and limit opportunities for learning and development, ਹੁਣ ਇਹ ਜਿਹੜਾ ਰਵੱਈਆ ਹੈ ਵੀ ਮੈਂ ਬਦਲਾਵ ਹੋਣ ਹੀ ਨਹੀਂ ਦੇਣਾ, ਕਰਨਾ ਹੀ ਨਹੀਂ, ਇਹਦੇ ਵਿੱਚ ਆਪਣਾ ਨੁਕਸਾਨ ਹੁੰਦਾ ਹੈ, ਨਿੱਜੀ ਵਿਕਾਸ ਵੀ ਨਹੀਂ ਹੋ ਪਾਉਂਦਾ, ਉਹ ਵੀ ਰੁਕ ਜਾਂਦਾ ਹੈ ਤੇ ਨਾਲ ਦੀ ਨਾਲ ਤੁਸੀਂ ਕੁਝ ਨਵਾਂ ਸਿੱਖ ਨਹੀਂ ਪਾਉਂਦੇ, ਠੀਕ ਹੈ, ਤੁਸੀਂ ਸੀਮਿਤ ਹੋ ਜਾਂਦੇ ਹੋ। A flexible attitude, on the other hand, is characterized by openness, adaptability and willingness to embrace new experiences, ਪਰ ਦੂਜੇ ਪਾਸੇ
ਉਹ ਰਵਈਆ ਜਿਹਦੇ ਵਿੱਚ ਤੁਸੀਂ ਲੌਕ ਤਾਲਾ ਨਹੀਂ ਲਾਇਆ ਹੋਇਆ ਦਿਮਾਗ ਨੂੰ, ਉਹਦੇ ਵਿੱਚ ਤੁਸੀਂ ਓਪਨ ਹੈਗੇ ਹੋ, ਤੁਸੀਂ ਚੇਂਜ ਕਰ ਲੈਂਦੇ ਹੋ ਆਪਣੇ ਆਪ ਨੂੰ, ਤੁਸੀਂ ਨਿਊ ਐਕਸਪੀਰੀਐਂसेस ਸਿੱਖਣਾ ਚਾਹੁੰਦੇ ਹੋ। ਠੀਕ ਹੈ, ਮਤਲਬ ਇਹ ਦਰਸਾਇਆ ਗਿਆ ਵੀ ਉਹ ਬੰਦਾ ਖੁੱਲੇ ਵਿਚਾਰਾਂ ਦਾ, ਵੀ ਉਹ ਕਹਿੰਦਾ ਵੀ ਜੋ ਤੁਸੀਂ ਠੀਕ ਲੱਗਦਾ ਤੁਸੀਂ ਮੈਨੂੰ ਦੱਸੋ, ਮੈਨੂੰ ਜੋ ਠੀਕ ਲੱਗਦਾ ਮੈਂ ਤੁਹਾਨੂੰ ਦੱਸਦਾ। ਇਟ ਇਜ਼ ਐਸੈਂਸ਼ੀਅਲ ਫॉर ਪ੍ਰੋਬਲਮ ਸੋਲਵਿੰਗ, ਕ੍ਰੀਏਟੀਵਿਟੀ ਐਂਡ ਇਫੈਕਟਿਵ ਕਮਿਊਨੀਕੇਸ਼ਨ। ਤੇ ਫਲੈਕਸੀਬਲ ਐਟੀਟਿਊਡ ਹੀ ਚਾਹੀਦਾ ਹੁੰਦਾ ਜੇ ਕੋਈ ਸਮੱਸਿਆ ਦਾ ਹੱਲ ਕਰਨਾ ਹੈ। ਠੀਕ ਹੈ, ਜੇ ਰਤਨਾ ਆਪਾਂ ਇਹ ਕਹਿ ਸਕਦੇ ਹਾਂ ਕ੍ਰੀਏਟੀਵਿਟੀ ਕਰਨੀ ਹੈ, ਕੋਈ ਵਧੀਆ ਚੀਜ਼ ਸੋਚਣੀ ਹੈ ਤੇ ਕਮਿਊਨੀਕੇਟ ਕਰਨਾ ਹੈ, ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਹੈ, ਸੰਚਾਰ ਕਰਨਾ ਹੈ, ਉਹ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ। Cultivating a flexible mindset allows individuals to navigate challenges more effectively, collaborate better with others and continue growing both personally and professionally। ਤੇ ਜੇ ਕਿਸੇ ਬੰਦੇ ਦਾ ਜਿਹੜਾ ਰਵੱਈਆ ਉਹ ਫਲੈਕਸੀਬਲ ਹੈਗਾ, ਉਹ ਬਹੁਤ ਵਧੀਆ ਤਰੀਕੇ ਦੇ ਨਾਲ, ਉਸ ਤੋਂ ਬਾਅਦ ਵਧੀਆ ਢੰਗ, ਪ੍ਰਭਾਵਸ਼ਾਲੀ ਢੰਗ ਦੇ ਨਾਲ ਜਿਹੜੀ ਰੁਕਾਵਟਾਂ ਆਉਂਦੀਆਂ ਨੇ ਉਹਨਾਂ ਨੂੰ ਹੈਂਡਲ ਕਰ ਸਕਦਾ ਹੈ, ਦੂਜਿਆਂ ਨਾਲ ਸਹਿਯੋਗ ਕਰ ਸਕਦਾ ਹੈ ਤੇ ਆਪਣੀ ਵੀ ਗਰੋਥ ਕਰ ਸਕਦਾ ਹੈ ਇੰਡੀਵਿਜੂਅਲੀ ਤੇ ਪ੍ਰੋਫੈਸ਼ਨਲੀ ਕੰਮ ਦੇ ਪੱਖੋਂ। The locked mind in the picture serves as a reminder of the importance of unlocking our mental barriers। ਇਹ ਜਿਹੜਾ ਤਾਲਾ ਲੱਗਿਆ ਹੋਇਆ ਨਾ, ਇਹ ਦਰਸਾਉਂਦਾ ਹੈ ਵੀ ਆਪਣੇ ਮਾਨਸਿਕ ਰੁਕਾਵਟਾਂ ਨੂੰ ਖੋਲਣ ਦੀ ਲੋੜ ਹੈਗੀ ਹੈ, ਤਾਲਾ ਖੋਲਣ ਦੀ ਲੋੜ ਹੈਗੀ ਆ। and adapting a more open and flexible approach to life। ਤੇ ਜ਼ਿੰਦਗੀ ਨੂੰ ਨਵੇਂ ਖੁੱਲੇ ਤਰੀਕੇ ਦੇ ਨਾਲ, ਨਜ਼ਰੀਏ ਦੇ ਨਾਲ ਦੇਖਣ ਦੀ ਜ਼ਰੂਰਤ ਹੈਗੀ ਹੈ। by doing so we can achieve greater success। ਇਦਾਂ ਖੁੱਲੇ ਵਿਚਾਰਾਂ ਦੇ ਵਿੱਚ ਰਹਿ ਕੇ, ਫਲੈਕਸੀਬਲ ਮਾਈਂਡਸੈਟ ਰਹਿ ਕੇ ਆਪਾਂ ਜਿਹੜੀ ਸਕਸੈਸ ਹੈਗੀ ਹੈ, ਜਿਹਨੂੰ ਆਪਾਂ ਇਹ ਕਹਿੰਦੇ ਆ ਵੀ ਤਰੱਕੀ, ਸੈਟਿਸਫੈਕਸ਼ਨ, ਠੀਕ ਹੈ, ਤਸੱਲੀ ਐਂਡ ਹਾਰਮਨੀ ਇਨ ਆਰ ਇੰਟਰੈਕਸ਼ਨਸ ਐਂਡ ਇੰਡੇਵਰਸ, ਇਹਦੇ ਨਾਲ ਤੁਸੀਂ ਸੰਤੁਸ਼ਟੀ ਮਹਿਸੂਸ ਕਰਦੇ ਹੋ, ਸਫਲਤਾ ਮਹਿਸੂਸ ਕਰਦੇ ਹੋ। ਠੀਕ ਹੈ, ਤੁਸੀਂ ਇਦਾਂ ਜਦ ਕਿਸੇ ਹੋਰ ਨਾਲ ਇੰਟਰੈਕਟ ਕਰਦੇ ਹੋ, ਗੱਲਬਾਤ ਕਰਦੇ ਹੋ, ਉਹਦੇ ਵਿੱਚ ਵੀ ਤੇ ਜੋ ਵੀ ਕਾਰਜ ਕਰਦੇ ਹੋ ਉਹਦੇ ਵਿੱਚ ਵੀ ਇਹ ਦਰਸਾਉਂਦਾ। This explanation ties the visual metaphor, metaphor ਹੁੰਦਾ ਜਦ ਤੁਸੀਂ ਦੋ ਚੀਜ਼ਾਂ ਨੂੰ ਕੰਪੇਅਰ ਕਰਦੇ ਹੋ, to a broader concept of maintaining a flexible attitude, ਕਿ ਤੁਹਾਡਾ ਜਿਹੜਾ ਰਵੱਈਆ ਫਲੈਕਸੀਬਲ ਹੋਣਾ ਚਾਹੀਦਾ ਹੈ, emphasizing the benefits of openness, ਦਿਮਾਗ ਖੁੱਲਾ ਰੱਖੋ, ਤੇ adaptability, ਮਤਲਬ ਤੁਸੀਂ ਜਿਹੜੀ ਵੀ ਸਿਚੁਏਸ਼ਨ ਦੇ ਵਿੱਚ ਹੈਗੇ ਹੋ ਉਹਦੇ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ ਜੀ, ਅੱਗੇ ਹੈਗਾ just imagine what would happen if a person's mind is locked। ਜੇ ਦਿਮਾਗ ਬੰਦ ਹੀ ਹੋਏਗਾ ਫਿਰ ਕੀ ਹੋਏਗਾ, ਆਪਾਂ ਹੁਣੇ ਪੜਿਆ ਪਰ ਮੈਂ ਇੱਥੇ ਵੀ ਡਿਟੇਲ ਦੇ ਵਿੱਚ ਲਿਖਿਆ if a person's mind is locked several negative, ਠੀਕ ਹੈ, ਤੁਸੀਂ ਇਹ ਕਹਿ ਸਕਦੇ ਹੋ ਨਕਾਰਾਤਮਕ ਨਤੀਜੇ ਜਿਹੜੇ ਨੇ, consequences ਆ ਸਕਦੇ ਨੇ। ਜਿਵੇਂ ਸਭ ਤੋਂ ਪਹਿਲਾਂ lack of growth, ਤਰੱਕੀ, ਵਿਕਾਸ ਜਿਹੜਾ ਉਹ ਰੁਕ ਜਾਂਦੀ। They may miss out on opportunities of personal and professional development without the willingness to learn and adapt। They remain stagnant, ਉੱਥੇ ਹੀ ਖੜੇ ਰਹਿੰਦੇ, ਤਾਲਾ ਲੱਗਿਆ ਹੋਇਆ, ਗਰੋ ਨਹੀਂ ਕਰ ਪਾਉਂਦੇ, ਨਵੀਂ ਚੀਜ਼ ਨਹੀਂ ਸਿੱਖਣੀ, ਆਪਣੀ ਚਲਾਣੀ ਹੈ, ਆਪਣੇ ਵਿੱਚ ਹੀ ਰਹਿਣਾ, ਤਾਂ ਤੁਸੀਂ ਤਰੱਕੀ ਕਿਵੇਂ ਕਰੋਗੇ, ਹੈ ਨਾ। ਫਿਰ ਪੂਅਰ ਪ੍ਰੋਬਲਮ ਸੋਲਵਿੰਗ, ਤੁਸੀਂ ਸਮੱਸਿਆ ਦਾ ਹੱਲ ਵੀ ਨਹੀਂ ਕੱਢ ਸਕਦੇ ਕਿਉਂਕਿ ਦਿਮਾਗ ਨੂੰ ਤਾਲਾ ਲੱਗਿਆ ਹੋਇਆ ਹੈ। A locked mind struggles to think creatively, ਤੁਸੀਂ ਵਧੀਆ ਤਰੀਕੇ ਦੇ ਨਾਲ ਇੱਕ ਰਚਨਾਤਮਕ ਤਰੀਕਾ, ਆਲਟਰਨੇਟ ਹੋਰ ਸੋਲੂਸ਼ਨ ਕੀ ਹੋ ਸਕਦੇ ਉਹ ਤੁਸੀਂ ਸੋਚ ਨਹੀਂ ਸਕਦੇ, ਦਿਮਾਗ ਨੂੰ ਤਾਂ ਤਾਲਾ ਲੱਗਿਆ ਹੋਇਆ। This can lead to ineffective problem solving and decision making। ਫਿਰ ਤੁਸੀਂ ਫੈਸਲੇ ਕਿਵੇਂ ਲਓਗੇ ਕਿਉਂਕਿ ਦਿਮਾਗ ਨੂੰ ਤਾਲਾ ਲੱਗਿਆ ਹੋਇਆ। ਫਿਰ strained relationships, ਰਿਸ਼ਤਿਆਂ ਦੇ ਵਿੱਚ ਵੀ ਤਣਾਅ ਬਣਿਆ ਹੁੰਦਾ ਹੈ। Rigidity can cause conflicts in relationships, ਕਿਉਂਕਿ ਤੁਸੀਂ ਅੜੇ ਹੋਏ ਹੋ, ਕਠੋਰਤਾ ਜਿਹੜੀ ਹੈਗੀ ਆ, rigid ਜਿਹੜੇ ਬੰਦੇ ਹੁੰਦੇ ਨੇ ਉਹ ਰਿਸ਼ਤਿਆਂ ਨੂੰ ਨਹੀਂ ਸਾਂਭ ਸਕਦੇ। People with locked minds may have difficulty understanding and empathizing with others। ਦੂਜਾ empathize ਕਰਨਾ ਮਤਲਬ ਦੂਜਾ, ਆਪਣੇ ਆਪ ਨੂੰ ਦੂਜੇ ਦੀ ਥਾਂ ਰੱਖ ਕੇ ਦੇਖਣਾ। ਠੀਕ ਹੈ, ਤੇ ਤੁਸੀਂ ਦੂਜਿਆਂ ਨੂੰ ਨਹੀਂ ਸਮਝ ਸਕਦੇ, ਉਹਨਾਂ ਦੀ ਥਾਂ ਆਪਣੇ ਆਪ ਨੂੰ ਨਹੀਂ ਰੱਖ ਸਕਦੇ ਜਾਂ ਉਹਨਾਂ ਨੂੰ ਆਪਣੀ ਥਾਂ ਤੇ ਨਹੀਂ ਰਖਵਾ ਸਕਦੇ ਕਿਉਂਕਿ ਤਾਲਾ ਹੀ ਵੱਜਿਆ ਹੋਇਆ। ਲੀਡਿੰਗ ਟੂ ਮਿਸਅੰਡਰਸਟੈਂਡਿੰਗ ਐਂਡ ਫ੍ਰਿਕਸ਼ਨ, ਤੁਸੀਂ ਉਹਨਾਂ ਦੀ ਗੱਲ ਨਹੀਂ ਸਮਝੋਗੇ, ਗੱਲਬਾਤ ਵਧੀਆ ਨਹੀਂ ਹੋਏਗੀ, ਤੇ ਕਰਕੇ ਪ੍ਰੋਬਲਮ ਆਏਗੀ, ਫ੍ਰਿਕਸ਼ਨ ਹੁੰਦਾ। resistance to change, ਕਹਿਣ ਦਾ ਮਤਲਬ ਵੀ ਤਬਦੀਲੀ ਨਹੀਂ ਆਉਂਦੀ ਕਿਉਂਕਿ ਤਾਲਾ ਵੱਜਿਆ ਹੋਇਆ। ਫਿਰ ਉਹੀ ਗੱਲ, in a rapid changing world, ਦੁਨੀਆ ਬਦਲ ਰਹੀ ਹੈ। an inflexible attitude can be detrimental, ਖਰਾਬ ਹੁੰਦਾ ਹੈ inflexible attitude। they may struggle to adapt to new technologies, ideas or ways of doing things which can hinder progress and success। ਕਿਉਂਕਿ ਤਾਲਾ ਵੱਜਿਆ ਹੋਇਆ, ਨਵੀਆਂ ਚੀਜ਼ਾਂ, ਆਈਡੀਆਜ਼ ਨੂੰ ਐਕਸੈਪਟ ਨਹੀਂ ਕਰਦੇ, ਨਵੀਂ ਚੀਜ਼ ਸਿੱਖਣੀ ਨਹੀਂ ਹੈ, ਫਿਰ ਤੁਸੀਂ ਤਰੱਕੀ ਕਿਵੇਂ ਕਰੋਗੇ। ਫਿਰ ਹੈਗਾ decreased resilience। A locked mind is less resilient in the face of challenges। ਕਹਿਣ ਦਾ ਮਤਲਬ ਇਹ ਵੀ ਜਦ ਕੋਈ ਮੁਸ਼ਕਲ ਆ ਜਾਂਦੀ ਹੈ, ਠੀਕ ਹੈ, resilience ਦਾ ਮਤਲਬ ਇਹ ਹੁੰਦਾ ਹੈ ਵੀ ਉਸ ਚੀਜ਼ ਤੋਂ
ਸਟਰੋਂਗਲੀ ਵਾਪਸ ਆਣਾ। ਹੁਣ ਤੁਸੀਂ ਤਾਲਾ ਮਾਰ ਕੇ ਬੈਠੇ ਹੋ, ਤੁਸੀਂ ਵਾਪਸ ਕਿਵੇਂ ਆਓਗੇ? ਤੁਸੀਂ ਤਾਂ ਉੱਥੇ ਹੀ ਖੜੇ, है ना? The inability to adapt and cope with new situations can lead to increased stress and anxiety। ਇਹਦੇ ਕਰਕੇ ਹੀ ਬੰਦੇ ਨੂੰ ਸਟ੍ਰੈਸ ਹੋ ਜਾਂਦਾ ਹੈ, ਐਂਜ਼ਾਈਟੀ ਹੋ ਜਾਂਦੀ ਹੈ, ਪ੍ਰੈਸ਼ਰ ਆ ਜਾਂਦਾ ਹੈ, ਕਿਉਂਕਿ ਬੰਦਾ ਚੇਂਜ ਹੀ ਨਹੀਂ ਹੋਣਾ ਚਾਹੀਦਾ, ਚੇਂਜ ਹੋਣਾ ਚਾਹੁੰਦਾ ਹੀ ਨਹੀਂ ਹੈ, ਤਣਾਅ ਆ ਜਾਂਦਾ ਹੈ, ਚਿੰਤਾ ਹੋ ਜਾਂਦੀ ਹੈ ਬੰਦੇ ਨੂੰ, ਇਸ ਕਰਕੇ ਆਈਸੋਲੇਸ਼ਨ, ਬੰਦਾ ਇਕੱਲਾ ਰਹਿ ਜਾਂਦਾ ਹੈ। Besides, closed mind can lead in social being closed minded can lead to social isolation, as others may find it difficult to connect or communicate with someone who is not open to different viewpoints or experiences। क्योंकि बंदे ਨੂੰ ਦੂਜਿਆਂ ਨੂੰ ਪਤਾ ਵੀ ਇਹਨੇ ਤਾਂ ਗੱਲ ਸੁਣਨੀ ਨਹੀਂ ਹੈ, ਠੀਕ ਹੈ, ਇਹ ਤਾਂ ਓਪਨ ਮਾਈਂਡਡ ਹੈ ਨਹੀਂ, ਤਾਂ ਲੋਕ ਤੁਹਾਡੇ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ। ਲਿਮਿਟਿਡ ਕ੍ਰੀਏਟਿਵਿਟੀ, ਤੁਸੀਂ ਆਪਣੀ ਕ੍ਰੀਏਟਿਵਿਟੀ ਵੀ ਨਹੀਂ ਉਭਾਰ ਸਕਦੇ। ਕ੍ਰੀਏਟਿਵਿਟੀ ਥ੍ਰਾਈਵਸ ਔਨ ਓਪਨਨੈਸ, ਜੇ ਤੁਸੀਂ ਦਿਮਾਗ ਖੁੱਲਾ ਰੱਖੋਗੇ ਹੋਰ ਆਈਡੀਆਜ਼ ਆਣਗੇ। ਐਂਡ ਵਿਲਿੰਗਨੈਸ ਟੂ ਐਕਸਪਲੋਰ ਨਿਊ ਆਈਡੀਆਜ਼, ਵੀ ਮੈਂ ਇਹ ਵੀ ਕਰ ਲੈਂਦਾ, ਇਹ ਵੀ ਕਰ ਲੈਂਦਾ, ਉਹ ਹੁੰਦੀ ਹੈ ਕ੍ਰੀਏਟਿਵਿਟੀ। ਪਰ ਜੇ ਤਾਲਾ ਹੀ ਵੱਜਿਆ ਹੋਇਆ ਫਿਰ ਤਾਂ ਕੁਝ ਹੋ ਨਹੀਂ ਸਕਦਾ। A locked mind stifles this, resulting in lack of innovation and creative expression, ਜਿਹਦੇ ਕਰਕੇ ਤੁਸੀਂ ਕ੍ਰੀਏਟਿਵਿਟੀ ਆਪਣੀ ਉਭਾਰ ਕੇ ਲਿਆ ਹੀ ਨਹੀਂ ਸਕਦੇ ਬਾਹਰ, ਕੁਝ ਵੀ ਵਧੀਆ ਨਹੀਂ ਕਰ ਸਕਦੇ, ਠੀਕ ਹੈ। ਤੇ ਇੱਥੇ ਹੀ ਦੱਸਿਆ ਗਿਆ, in a sense a locked mind confines a person within self imposed boundary, ਤੁਸੀਂ ਆਪਣੀ ਬਾਉਂਡਰੀ ਆਪ ਹੀ ਬਣਾ ਲੈਂਦੇ ਹੋ, preventing them from reaching their full potential and experiencing the richness of life। ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਕਿੰਨੀ ਵਧੀਆ ਉਹਨੂੰ ਐਕਸਪਲੋਰ ਹੀ ਨਹੀਂ ਕਰ ਪਾਉਂਦੇ, ਕਿਉਂਕਿ ਤੁਸੀਂ ਉੱਥੇ ਹੀ ਸਥਿਰ ਖੜੇ ਹੁੰਦੇ ਹੋ, ਕਿਉਂਕਿ ਤੁਹਾਡੇ ਦਿਮਾਗ ਤੇ ਤਾਲਾ ਵੱਜਿਆ ਹੋਇਆ। ਅੱਗੇ ਹੈਗਾ, now look at the other picture and guess what has been shown in this। ਇਹ ਤਸਵੀਰ ਦੇਖ ਕੇ ਦੱਸਣਾ ਵੀ ਇਹਦੇ ਵਿੱਚ ਕੀ ਦਰਸਾਇਆ ਗਿਆ। ਹੁਣ ਇਹਦੇ ਵਿੱਚ ਲਾਈਟ ਬਲਬ ਹੈ, which shows ਕਿ ਬੰਦਾ ਫਲੈਕਸੀਬਲ ਐਟੀਟਿਊਡ ਰੱਖਦਾ ਹੈ, ਵੀ ਇਦਾਂ ਨਹੀਂ ਹੈ ਵੀ ਰਿਜਿਡ ਜਿਹਾ ਐਟੀਟਿਊਡ ਹੈ, ਮੈਂ ਫਸਿਆ ਰਹਿਣਾ, ਅੜਿਆ ਰਹਿਣਾ, ਠੀਕ ਹੈ। ਤੇ ਇੱਥੇ ਸਿੰਬਲਿਜ਼ਮ ਆਫ ਲਾਈਟ ਬਲਬ ਦਾ ਮਤਲਬ ਕੀ ਹੈ? ਇਨਲਾਈਟਨਡ ਮਾਈਂਡ, ਵੀ ਜਿਹੜਾ ਦਿਮਾਗ ਹੈਗਾ ਉਹਦੀ ਬੱਤੀ ਜਗੀ ਹੋਈ ਹੈ। ਕਹਿਣ ਦਾ ਮਤਲਬ ਬੰਦਾ ਜਿਹੜਾ ਅੜਿਆ ਹੋਇਆ ਨਹੀਂ ਹੈ, ਫਸਿਆ ਹੋਇਆ ਨਹੀਂ ਹੈ, ਉਹ ਓਪਨ ਹੈਗਾ, ਮੈਂ ਨਵੀਆਂ ਚੀਜ਼ਾਂ ਸਿੱਖ ਲਾਂਗਾ, ਮੰਨ ਲਾਂਗਾ, ਸੁਣ ਲਾਂਗਾ ਲੋਕਾਂ ਦੀ ਗੱਲ। ਹੁਣ the picture of a person with a bulb lighting out of their mind symbolizes enlightenment, creativity and innovation। ਕਹਿਣ ਦਾ ਮਤਲਬ ਜਿਹੜਾ ਬਲਬ ਹੈ ਉਹ ਸਿੰਬਲਾਈਜ਼ ਕਰਦਾ ਹੈ, ਇਹ ਦਰਸਾਉਂਦਾ ਹੈ ਵੀ ਬੰਦਾ ਜਿਹੜਾ ਹੈ ਉਹ ਗਿਆਨ, ਕ੍ਰੀਏਟਿਵਿਟੀ, ਰਚਨਾਤਮਕ ਸੋਚ ਤੇ ਨਵੀਨਤਾ ਨੂੰ ਉਹ ਐਕਸੈਪਟ ਕਰਦਾ ਹੈ। The light bulb is a universal symbol for a bright idea or a moment of ਆਪਾਂ ਇਹ ਕਹਿ ਸਕਦੇ ਇੰਸਪੀਰੇਸ਼ਨ, ਜਿਹਦੇ ਵਿੱਚ ਜਾਗਰੂਕਤਾ ਮਿਲਦੀ ਹੈ ਵੀ ਬੰਦਾ ਕੁਝ ਨਵਾਂ ਸੋਚਦਾ ਹੈ। The imagery conveys that a person is having an insightful thought or breakthrough, ਉਹਨੂੰ ਵਧੀਆ ਕੋਈ ਆਈਡੀਆ ਆਇਆ, ਕੋਈ ਦਿਮਾਗ ਚੱਲਿਆ, ਕਿਉਂਕਿ ਦਿਮਾਗ ਖੁੱਲਾ ਹੈ, ਫਸਿਆ ਹੋਇਆ ਨਹੀਂ ਹੈ, ਤਾਲਾ ਨਹੀਂ ਲੱਗਿਆ ਹੋਇਆ। ਪਹਿਲੀ ਗੱਲ ਉਹਦੇ ਵਿੱਚ ਸ਼ੋ ਹੁੰਦਾ ਹੈ ਕ੍ਰੀਏਟਿਵਿਟੀ, ਰਚਨਾਤਮਕਤਾ, ਜਿਹਨੂੰ ਆਪਾਂ ਕਹਿੰਦੇ। The light bulb represents a surge of creative energy, ਵੀ ਤੁਸੀਂ ਨਵਾਂ ਸੋਚਦੇ ਹੋ, ਵੱਖਰਾ ਸੋਚਦੇ ਹੋ। It suggests that the person is capable of thinking outside the box and coming up with original ideas, ਵੀ ਦਿਮਾਗ ਦੇ ਨਾਲ ਉਹ ਨਵੇਂ ਆਈਡੀਆ ਸੋਚਦਾ ਹੈ, ਵਧੀਆ ਸੋਚਦਾ ਹੈ। ਫਿਰ ਇੰਟੈਲੀਜੈਂਸ, ਜਿਹਨੂੰ ਆਪਾਂ ਕਹਿੰਦੇ ਆ ਦਿਮਾਗ ਲਗਾਣਾ। The illuminated bulb, ਜਿਹੜਾ ਜਲਿਆ ਹੋਇਆ ਬਲਬ ਹੈਗਾ, it signifies intellectual brilliance and mental clarity। ਦਿਮਾਗ ਦੇ ਵਿੱਚ ਬਹੁਤ ਕਲੈਰਿਟੀ ਹੈਗੀ ਆ, ਇਹ ਚਾਹੀਦਾ, ਇਹ ਨਹੀਂ ਚਾਹੀਦਾ, ਤੇ ਦਿਮਾਗ ਬਹੁਤ ਵਿਕਸਿਤ ਹੋਇਆ ਹੋਇਆ, ਕਿਉਂਕਿ ਇਹ ਓਪਨ ਹੈ, ਨਿਊ ਆਈਡੀਆਜ਼ ਆਉਂਦੇ ਨੇ। It reflects a mind that is sharp, aware and able to grasp complex concepts। ਇਹ ਦਰਸਾਉਂਦਾ ਹੈ ਵੀ ਜਿਹੜਾ ਦਿਮਾਗ ਹੈਗਾ ਵਿਅਕਤੀ ਦਾ, ਉਹ ਪੂਰੇ ਤਰੀਕੇ ਦੇ ਨਾਲ ਨਵੇਂ ਪ੍ਰੋਬਲਮਸ ਨੂੰ ਸੋਲਵ ਕਰਨਾ, ਠੀਕ ਹੈ, ਉਹਨਾਂ ਨੂੰ ਹੈਂਡਲ ਕਰਨਾ, ਉਹ ਬਹੁਤ ਤੇਜ਼ ਹੈਗਾ, ਠੀਕ ਹੈ, ਉਹ ਜਾਗਰੂਕ ਹੈਗਾ, ਤੇ ਨਾਲ ਦੀ ਨਾਲ ਉਹ ਗ੍ਰਾਸਪ ਕਰ ਲੈਂਦਾ, ਸਮਝ ਲੈਂਦਾ ਹੈ ਕੰਪਲੈਕਸ ਕਨਸੈਪਟਸ ਨੂੰ, ਮੁਸ਼ਕਲ ਤੋਂ ਮੁਸ਼ਕਲ ਕਨਸੈਪਟਸ ਨੂੰ, ਕਿਉਂਕਿ ਉਹ ਓਪਨ ਹੈ, ਦਿਮਾਗ ਖੁੱਲਾ ਹੈ। ਪ੍ਰੋਬਲਮ ਸੋਲਵਿੰਗ ਹੋ ਜਾਂਦੀ ਹੈ। A light bulb indicates the ability to find effective solution to problems, ਕਿਉਂਕਿ ਤੁਸੀਂ ਹੱਲ ਲੱਭਦੇ ਹੋ। It shows that the person can generate innovative approaches and tackle challenges successfully, ਵੀ ਪਤਾ ਨਵੀਂ ਅਪਰੋਚ ਦੇ ਨਾਲ ਵੱਖਰੇ ਤਰੀਕੇ ਨਾਲ ਪ੍ਰੋਬਲਮਸ ਦਾ ਹੱਲ ਕਰਦਾ ਹੈ। ਓਪਨਨੈਸ, ਦਿਮਾਗ ਖੁੱਲਿਆ ਹੋਇਆ। This imagery suggests an open and receptive mind, ਵੀ ਖੁੱਲਾ ਹੋਇਆ ਦਿਮਾਗ ਹੈਗਾ, ਨਵੇਂ ਆਈਡੀਆਜ਼ ਨੂੰ ਐਕਸੈਪਟ ਕਰਦਾ ਹੈਗਾ। One that is always ready to explore new possibilities and embrace different perspectives, ਵੀ ਨਵੀਂ ਸੋਚ ਨੂੰ ਵੈਲਕਮ ਕਰਦਾ ਹੈ, ਵੀ ਹਾਂ ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ। Inspirational, the light bulb reflects moments of inspiration and ਇਹ ਹੈਗਾ epiphany, ਜਦ ਅਚਾਨਕ ਤੁਹਾਨੂੰ ਰਿਅਲਾਈਜ਼ ਹੁੰਦਾ ਹੈ, ਕੋਈ
ਚੀਜ਼ ਇੱਕਦਮ ਜਿਵੇਂ ਆਈਡੀਆ ਆ ਜਾਂਦਾ ਨਾ ਉਹ ਚੀਜ਼ ਦੱਸ ਰਿਹਾ ਠੀਕ ਹੈ। ਇਟ ਹਾਈਲਾਈਟਸ ਦ ਪਰਸਨਸ ਕੈਪੈਸਿਟੀ ਟੂ ਇਨਸਪਾਇਰ ਅਦਰਸ ਵਿਦ देयर ਆਈਡੀਆਜ਼ ਐਂਡ ਵਿਜ਼ਨ। ਆਪਣੀ ਸੋਚ ਆਪਣੇ ਆਈਡੀਆਜ਼ ਦੇ ਨਾਲ ਉਹ ਦੂਜਿਆਂ ਨੂੰ ਇਨਸਪਾਇਰ ਕਰ ਸਕਦਾ ਹੈ। ਅੱਗੇ ਹੈਗਾ ਪੋਜ਼ਿਟਿਵ એનર્ਜੀ ठीक है। भी बंदा ओपन रहता है तो पॉजिटिविटी आती है, होप आती है, उम्मीद रहती है। The glowing bulb suggests that the person has a positive outlook, वो वधिया सोचता है, and the ability to illuminate the way forward for themselves and others। दूसरिਆਂ ਲਈ भी वधिया रास्ता ਲੱਭਦਾ, ਆਪਣੇ ਲਈ भी नवा रास्ता ਲੱਭਦਾ है ना। तो कहने का मतलब ये है the light bulb emerging from a person's mind emphasizes a dynamic and enlightened mindset। भी ਉਹ ਨਵੇਂ ਵਿਚਾਰਾਂ ਨੂੰ open ਹੈਗਾ, brimming with potential, creativity and the power to make impactful contributions। भी मैं बहुत ਵਧੀਆ ਤਰੀਕੇ ਨਾਲ ਹਿੱਸੇਦਾਰੀ ਪਾਵਾਂਗਾ ਤੇ ਬੜਾ ਵਧੀਆ ਆਊਟਕਮ ਲੈ ਕੇ ਆਵਾਂਗਾ ਠੀਕ ਹੈ ਜੀ। ਤੇ ਹੁਣ ਇੱਥੇ ਦੱਸਿਆ ਗਿਆ with a keen look, ध्यान नाल देखते हुए you will definitely be able to differentiate between a flexible and a rigid minded person and a rigid minded person। ਇੱਥੇ ਆਏਗਾ between a flexible minded person and a rigid minded person, ਦੋਨਾਂ ਦਾ ਫਰਕ ਕੀ ਹੈ ਉਹ ਤੁਹਾਨੂੰ ਸਮਝ ਆ ਗਿਆ ਹੋਵੇਗਾ ਜਿੰਨਾ ਆਪਾਂ ਪੜਿਆ। Flexible attitude is the positive approach that helps to unlock our fixed mind। मतलब वो ਜਿਹੜਾ flexible attitude ਹੈਗਾ, ਸੋਚ ਹੈਗੀ ਉਹਦੇ ਵਿੱਚ positive approach ਆਉਂਦੀ ਹੈ ਕਿਸੇ ਚੀਜ਼ ਨੂੰ solve ਕਰਨ ਦੀ ਠੀਕ ਹੈ, ਤੇ ਆਪਣਾ ਦਿਮਾਗ ਖੋਲ ਕੇ ਰੱਖਣ ਦੀ। A flexible person accepts and adopts the changes broad-mindedly। ਦਿਮਾਗ ਖੋਲ ਕੇ ਨਵੀਆਂ ਚੀਜ਼ਾਂ ਨੂੰ accept ਕਰਦਾ ਹੈ ਤੇ ਇਹ ਸੋਚਦਾ ਹੈ ਵੀ ਮੈਂ ਇਹਦਾ solution ਕੱਢਣਾ ਹੀ ਕੱਢਣਾ। आगे कहा गया can you identify the ways in which a person with flexible attitude is different from a rigid minded person। मतलब ਕਿਹੜੇ ways ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ flexible ਤੇ rigid minded person ਵੱਖਰਾ ਵੱਖਰਾ attitude ਰੱਖਦੇ ਨੇ। ਇੱਥੇ behavior pattern ਦਿੱਤੇ ਗਏ ਨੇ, ਆਪਾਂ ਦੱਸਣਾ ਕਿਹੜੇ ਇਹਦੇ ਵਿੱਚੋਂ flexible ਨੇ ਤੇ ਕਿਹੜੇ rigid minded ਦੇ ਵਿੱਚ ਆਉਂਦੇ ਨੇ, ਤੇ ਇਹਦਾ solution ਮੈਂ ਇੱਥੇ ਲਿਖਿਆ। ਜਿਵੇਂ फ्लैक्सिबल माइंडेड ਦੇ ਵਿੱਚ ਆ ਜਾਏਗਾ always ready to learn something new, ਵੀ ਮੈਂ ਕੁਝ ਨਾ ਕੁਝ ਨਵਾਂ ਸਿੱਖਣਾ ਹੀ ਹੈ ਹਮੇਸ਼ਾ। ਮਿਕਸ ਅਪ ਈਜ਼ੀਲੀ ਵਿਦ ਦੂਜਿਆਂ ਦੇ ਨਾਲ, ਵਿਦ ਅਦਰਸ ਮਿਕਸ ਅਪ ਹੋ ਜਾਂਦਾ ਹੈ, ਘੁਲ ਮਿਲ ਜਾਂਦਾ ਹੈ। एक्सेप्ट डिफरेंट चैलेंजेस, भी मैं नवे चैलेंजेस ਜਿਹੜੇ ਹੈਗੇ ਨੇ ਉਹਨਾਂ ਨੂੰ एक्सेप्ट करना है ठीक है, ਚੁਣੌਤੀਆਂ ਨੂੰ एक्सेप्ट करना है। पर ਜਿਹੜਾ रिजिड माइंडेड पर्सन हैगा never listen to anyone's advice, ਉਹ ਕਿਸੇ ਦੀ ਐਡਵਾਈਸ ਨਹੀਂ, ਸਲਾਹ ਨਹੀਂ ਸੁਣਦਾ। run away from responsibilities, ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ। always criticize others with different ideology, ਅਲੱਗ-ਅਲੱਗ ਸੋਚ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਹਮੇਸ਼ਾ ਉਹਨਾਂ ਨੂੰ ਥੱਲੇ ਨੂੰ ਖਿੱਚਦਾ ਹੈ ਵੀ ਨਹੀਂ ਇਹ ਵਧੀਆ ਨਹੀਂ ਹੈ। frequently burst out in anger, ਗੁੱਸੇ ਦੇ ਵਿੱਚ ਉਹ ਬਾਹਰ ਅਕਸਰ ਉਹਦਾ ਗੁੱਸਾ ਫੁੱਟਦਾ ਹੈ ਤੇ ਹਮੇਸ਼ਾ discouraged ਰਹਿੰਦਾ ਹੈ, ਮਤਲਬ ਉਹਦੇ ਵਿੱਚ ਕੋਈ ਉਤਸ਼ਾਹ ਨਹੀਂ ਹੁੰਦਾ ਠੀਕ ਹੈ। ਇਹ ਤੁਸੀਂ ਅਲੱਗ-ਅਲੱਗ ਕਰਕੇ ਲਿਖ ਸਕਦੇ ਹੋ। ਅੱਗੇ ਇੱਕ ਹੋਰ ਚੀਜ਼ ਸਾਨੂੰ ਦੱਸੀ ਗਈ ਹੈ dear students, as we have seen, a flexible person easily adapts himself with the changing environment। for him sky is the limit। ਜਿਹੜਾ flexible ਬੰਦਾ ਹੁੰਦਾ ਹੈ ਉਹ ਆਪਣੇ ਆਪ ਨੂੰ ਮੋੜਦਾ ਹੈ, ਤੋੜਦਾ ਹੈ ਤੇ ਚੇਂਜ ਕਰਦਾ ਹੈਗਾ ਤੇ ਉਹਦੇ ਲਈ ਸਕਾਈ ਮਤਲਬ ਬਹੁਤ ਪੂਰੀ ਦੁਨੀਆ ਹਾਸਲ ਕਰਨ ਨੂੰ ਪਈ ਹੈ ਨਾ, ਲਿਮਿਟ ਬਾਹਰ ਹੀ ਹੈ। मतलब आप ये कह सकते हैं कोई बाउंड्री तो नहीं है ना, उन्हें रोक तो नहीं लाई हुई। We all know that science and technology has been developing with the highest possible speed। साइंस से विच तरक्की हो रही है ठीक है, बहुत तेज बात रही है, डेवलपमेंट हो रही है। It is really difficult for the old generation to go hand in hand with the drastic electronic revolution। क्योंकि जो पुरानी जनरेशन है मम्मी पापा दी, कई बार कहते सानू मेल नहीं लिखना आंदा, ਉਹ ਇੱਕਦਮ ਉਹਦੀ ਸਪੀਡ ਦੇ ਨਾਲ ਨਹੀਂ ਕੈਚ ਅਪ ਕਰ ਪਾ ਰਹੇ ਹੈ ਨਾ। ਕਈ ਵਾਰ WhatsApp ਨਹੀਂ ਉਹਨਾਂ ਨੂੰ ਚਲਾਉਣਾ ਆਉਂਦਾ, ਵੀਡੀਓ ਨਹੀਂ ਚਲਾਉਣੀ ਆਉਂਦੀ। they cannot learn and adapt themselves to changes like the young generation। ਜਿਵੇਂ young generation changes ਨੂੰ accept ਕਰਦੀ ਉਹ ਨਹੀਂ ਕਰ ਪਾਉਂਦੇ ਹੈ ਨਾ। ਮੋਬਾਈਲ ਫੋਨਸ ਐਂਡ ਕੰਪਿਊਟਰਸ ਆਰ ਦ ਲਿਵਿੰਗ ਐਗਜ਼ਾਮਪਲਸ। ਜਿਵੇਂ ਮੋਬਾਈਲ ਫੋਨ ਕੰਪਿਊਟਰ ਉਹਨਾਂ ਨੂੰ ਕਈ ਵਾਰ ਨਹੀਂ ਚਲਾਉਣਾ ਆਉਂਦਾ ਜਿੰਨੀ ਜਲਦੀ ਅਸੀਂ ਸਿੱਖ ਲੈਂਦੇ ਹਾਂ। You might have been able to learn their features quickly than your grandparents। ਤੁਸੀਂ ਆਪਣੇ ਦਾਦਾ ਦਾਦੀ ਨਾਨਾ ਨਾਨੀ ਤੋਂ ਜਲਦੀ ਇਹ ਸਭ ਕੁਝ ਸਿੱਖ ਲਿਆ ਹੋਏਗਾ ਨਾ। ਬੱਚਿਆਂ ਨੂੰ ਤਾਂ ਅੱਜਕੱਲ ਫੋਨ ਤੁਹਾਡੇ ਤੋਂ ਵੀ ਵਧੀਆ ਚਲਾਉਣਾ ਆਉਂਦਾ ਹੈ। You have to find out the names of flexible minded persons from your neighborhood। Next week we will discuss about this in the class। ਵੀ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਨੇ ਉਹ ਕਿੰਨੇ flexible minded ਹੈਗੇ ਨੇ। ਇੱਥੇ ਬੰਦੇ ਦਾ ਨਾਮ ਲਿਖਣਾ ਹੈ, ਉਹਦਾ ਬਿਹੇਵੀਅਰ ਦੂਜਿਆਂ ਨਾਲ, पॉजिटिव ट्रेट ऑफ हिज हर पर्सनैलिटी जो तुसी अडैप्ट करना चाहते हो, तुसी सीखना चाहते हो।
ਜਿਵੇਂ ਮੈਂ ਇੱਥੇ ਦਿੱਤਾ ਇਹਦਾ ਆਨਸਰ, ਤੁਸੀਂ ਆਪਣੇ ਹਿਸਾਬ ਦੇ ਨਾਲ ਨਾਮ ਜਿਹੜਾ ਚੇਂਜ ਕਰ ਸਕਦੇ ਹੋ। ਨੇਮ ਆਫ ਦ ਪਰਸਨ ਪਹਿਲਾਂ ਸਾਰਾ, ਤੁਸੀਂ ਕੋਈ ਵੀ ਗੁਆਂਢੀ ਦਾ ਨਾਮ ਲਿਖ ਸਕਦੇ ਹੋ। ਉਹਨਾਂ ਦਾ ਬਿਹੇਵੀਅਰ ਦੂਜਿਆਂ ਵੱਲ, ਸਾਰਾ ਇਜ਼ ਆਲਵੇਜ਼ ਅਪਰੋਚੇਬਲ ਐਂਡ ਲਿਸਨਸ ਅਟੈਂਟਿਵਲੀ ਟੂ एवरीवनस ਆਈਡੀਆਜ਼ ਐਂਡ ਓਪੀਨੀਅਨਸ, ਮਤਲਬ ਹਰ ਕੋਈ ਉਹਨੂੰ ਰੀਚ ਆਊਟ ਕਰ ਸਕਦਾ ਹੈ, ਉਹ ਧਿਆਨ ਨਾਲ ਸਾਰਿਆਂ ਦੇ ਵਿਚਾਰ ਜਿਹੜੀ ਹੈਗੀ ਹੈ ਉਹ ਸਾਰਿਆਂ ਦੇ ਵਿਚਾਰ ਚੰਗੀ ਤਰ੍ਹਾਂ ਸੁਣਦੀ ਹੈ। ਉਹਦਾ ਪੋਜ਼ਿਟਿਵ ਟ੍ਰੇਟ ਜੋ ਮੈਂ ਅਡੈਪਟ ਕਰਨਾ ਚਾਹੁੰਦੀ ਹਾਂ, ਐਡਮਾਇਰ ਸਾਰਾ's openness to learning new things and her ability to adapt to different situations। ਉਹ ਜਲਦੀ ਤੋਂ ਜਲਦੀ ਦੂਜੀਆਂ ਸਿਚੁਏਸ਼ਨਸ ਨੂੰ ਅਡੈਪਟ ਕਰ ਲੈਂਦੀ ਹੈ, ਚੇਂਜ ਕਰ ਲੈਂਦੀ ਹੈ ਆਪਣੇ ਆਪ ਨੂੰ, ਤੇ ਨਵੇਂ ਵਿਚਾਰ ਲਈ ਉਹ ਓਪਨ ਮਾਈਂਡਡ ਹੁੰਦੀ ਹੈ। ਅਗਲਾ ਪਰਸਨ ਹੈਗੇ ਜੌਨ। ਜੌਨ ਦਾ ਬਿਹੇਵੀਅਰ ਦੂਜਿਆਂ ਵੱਲ ਕੀ ਹੈ? ਜੌਨ ਇਜ਼ known for his willingness to help others, ਦੂਜਿਆਂ ਦੀ ਮਦਦ ਕਰਨ ਲਈ ਬਹੁਤ ਮਸ਼ਹੂਰ ਹੈ, and his patience in listening to different viewpoints, ਵੀ ਤੁਹਾਡਾ ਕੀ ਸੋਚ ਹੈ, ਤੁਹਾਡਾ ਕੀ ਵਿਊ ਪੁਆਇੰਟ ਹੈ, ਮੇਰਾ ਕੀ ਵਿਊ ਪੁਆਇੰਟ ਹੈ, ਮੈਂ ਕੀ ਉਹਨਾਂ ਤੋਂ ਅਡਾਪਟ ਕਰਨਾ ਚਾਹੁੰਦੀ, ਮਤਲਬ ਆਪਣੇ ਵਿੱਚ ਨਹੀਂ ਆਣਾ ਚਾਹੁੰਦੀ ਹਾਂ। I appreciate John's calm demeanor, ਵੀ ਉਹ ਕਿੰਨਾ ਸ਼ਾਂਤ ਰਹਿੰਦਾ ਹੈ, and his ability to handle challenging situations with grace, ਵੀ ਔਖੀ ਤੋਂ ਔਖੀ ਸਿਚੁਏਸ਼ਨ ਵੀ ਉਹ ਬਿਲਕੁਲ ਘਬਰਾਉਂਦਾ ਨਹੀਂ ਹੈ, ਡਰਦਾ ਨਹੀਂ ਹੈ, ਬੜੇ ਸਹਿਮਤੀ ਨਾਲ ਵਧੀਆ ਤਰੀਕੇ ਨਾਲ ਉਹਨੂੰ ਹੈਂਡਲ ਕਰਦਾ। ਫਿਰ ਹੈਗੀ ਹੈ ਐਮਾ, ਠੀਕ ਹੈ। ਦੂਜਿਆਂ ਨਾਲ ਉਹਨਾਂ ਦਾ ਬਿਹੇਵੀਅਰ ਕੀ ਹੈ? ਉਹ ਬਹੁਤ ਫ੍ਰੈਂਡਲੀ ਹੈਗੀ ਆ, ਈਜ਼ੀਲੀ ਕਨੈਕਟਸ ਵਿਦ other people from different backgrounds, ਅਲੱਗ-ਅਲੱਗ ਤਰੀਕੇ ਦੇ ਜਿਹੜੇ ਲੋਕ ਹੈਗੇ ਨੇ ਵੱਖਰੇ ਵੱਖਰੇ, ਉਹਨਾਂ ਨਾਲ ਕਨੈਕਟ ਕਰ ਲੈਂਦੀ ਹੈ, ਠੀਕ ਹੈ। ਤੇ ਮੇਕਿੰਗ them feel valued and respected, ਵੀ ਉਹਨਾਂ ਦੀ ਵੈਲਿਊ ਹੋਏ, ਹੋਰ ਰਿਸਪੈਕਟਡ ਫੀਲ ਕਰਨ, ਮਤਲਬ ਵਧੀਆ ਫੀਲ ਕਰਾਉਂਦੀ ਹੈ ਉਹਨਾਂ ਨੂੰ। ਤੇ ਉਸ ਤੋਂ ਬਾਅਦ ਜੋ ਮੈਂ ਅਡੈਪਟ ਕਰਨਾ ਚਾਹੁੰਦੀ ਹਾਂ, I admire Emma's empathy and her skill in building strong relationships with others। empathy ਮਤਲਬ ਉਹ ਆਪਣੇ ਆਪ ਨੂੰ ਦੂਜਿਆਂ ਦੀ ਥਾਂ ਰੱਖ ਕੇ ਦੇਖਦੀ ਹੈ ਤੇ ਉਹ ਦੂਜਿਆਂ ਨਾਲ ਰਿਸ਼ਤੇ ਬਣਾਉਂਦੀ ਹੈ, ਠੀਕ ਹੈ, ਵਧੀਆ ਰਿਸ਼ਤੇ, ਜਿਹਨੂੰ ਆਪਾਂ ਸਟਰੋਂਗ ਰਿਲੇਸ਼ਨਸ਼ਿਪ ਕਹਿੰਦੇ ਆ। ਫਿਰ ਹੈ ਮਿਸ਼ੇਲ। ਦੂਜਿਆਂ ਪ੍ਰਤੀ ਉਹਨਾਂ ਦਾ ਬਿਹੇਵੀਅਰ ਕੀ ਹੈਗਾ? Michelle is proactive in taking on responsibilities and always meets his commitments with dedication, ਵੀ ਉਹ ਜੋ ਵੀ ਆਪਣੀ ਕਮਿਟਮੈਂਟ ਹੈਗੀ ਹੈ, ਜੋ ਉਹਨੇ ਫੈਸਲਾ ਕੀਤਾ ਹੈ, ਉਹਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਉਂਦਾ ਹੈ। ਜੋ ਮੈਂ ਸਿੱਖਣਾ ਚਾਹੁੰਦੀ ਹਾਂ, I look up to Michelle's reliability and his strong sense of accountability, ਵੀ ਉਹ ਦੂਜਿਆਂ ਨੂੰ ਕਿਵੇਂ ਜਵਾਬਦੇਹੀ ਦਿੰਦਾ ਹੈ, ਰਿਸਪੌਂਸਿਬਿਲਿਟੀ ਲੈਂਦਾ ਹੈ, ਜਵਾਬ ਵੀ ਦਿੰਦਾ ਹੈ, ਹੈਂਡਲ ਵੀ ਕਰਦਾ ਹੈ ਸਿਚੁਏਸ਼ਨ। ਅਗਲਾ ਪਰਸਨ ਹੈ ਲੀਜ਼ਾ। ਤੁਸੀਂ ਨਾਮ ਚੇਂਜ ਕਰ ਸਕਦੇ ਹੋ। ਜੋ ਉਹਦਾ ਬਿਹੇਵੀਅਰ ਹੈ ਦੂਜਿਆਂ ਨਾਲ, ਲੀਜ਼ਾ is known for her positive attitude and readiness to take on new challenges, encouraging others to do the same, ਵੀ ਨਵੇਂ challenges ਜਿਹੜੇ ਹੈਗੇ ਨੇ ਉਹ ਉਹਨਾਂ ਦਾ ਸਾਹਮਣਾ ਕਰਨ ਦੇ ਲਈ, ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੀ ਹੈ, ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਵੀ ਤੁਸੀਂ ਵੀ ਕਰੋ, ਕੋਈ ਪ੍ਰੋਬਲਮ ਨਹੀਂ ਹੈ। ਤੇ ਮੈਂ ਜੋ ਅਡਾਪਟ ਕਰਨਾ ਚਾਹੁੰਦੀ ਹਾਂ, ਸਿੱਖਣਾ ਚਾਹੁੰਦੀ ਹਾਂ, ਉਹ ਕੀ ਹੈ? I admire Liza's optimism। optimism ਮਤਲਬ ਫਿਊਚਰ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਣਾ, ਵੀ ਵਧੀਆ ਹੀ ਹੋਏਗਾ, ਕਦੇ ਨੈਗੇਟਿਵ ਨਾ ਹੋਣਾ। and her courage to face obstacles with determination, ਵੀ ਦ੍ਰਿੜਤਾ ਦੇ ਨਾਲ ਉਹ ਕਹਿੰਦੀ ਹੈ ਵੀ ਮੈਂ ਜਿਹੜੇ ਰੁਕਾਵਟਾਂ ਨੇ ਉਹਨਾਂ ਦਾ ਸਾਹਮਣਾ ਕਰਾਂਗੀ, ਠੀਕ ਹੈ। ਇਹ ਮੈਂ ਪੜ੍ਹਤਾ। ਹੁਣ ਅੱਗੇ ਸਾਨੂੰ ਦੱਸਿਆ ਗਿਆ ਵੀ dear students, sometimes the person's rigid thinking becomes a blockade in the welfare and progress of his or her own family। ਕਈ ਵਾਰ ਜਿਹੜੀ ਸੋਚ ਹੈ ਉਹ ਇੰਨੀ ਗਿਰੀ ਹੋਈ ਹੁੰਦੀ ਹੈ, ਮਤਲਬ ਆਪਾਂ ਕਹਿ ਸਕਦੇ ਹਾਂ ਵੀ ਬੰਦਾ ਬਦਲਣਾ ਹੀ ਨਹੀਂ ਚਾਹੁੰਦਾ, ਕਿ ਉਹ ਦੂਜਿਆਂ ਲਈ ਵੀ, ਪਰਿਵਾਰ ਦੇ ਲਈ ਵੀ ਰੁਕਾਵਟ ਦਾ ਕੰਮ ਬਣ ਜਾਂਦੀ ਹੈ, ਠੀਕ ਹੈ। gender bias in terms of thinking that girls should not be given equal chance like boys in getting education as well as jobs। ਮਤਲਬ ਵੀ ਲੋਕਾਂ ਦੀ ਸੋਚ ਏਦਾਂ ਦੀ ਹੁੰਦੀ ਹੈ ਵੀ ਕੁੜੀਆਂ ਨੂੰ ਨਾ ਤਾਂ ਪ੍ਰੋਪਰ ਐਜੂਕੇਸ਼ਨ ਵਿੱਚ ਹੱਕ ਮਿਲਣਾ ਚਾਹੀਦਾ ਹੈ ਮੁੰਡਿਆਂ ਦੇ ਬਰਾਬਰ, ਤੇ ਨਾ ਹੀ ਉਹਨਾਂ ਨੂੰ ਨੌਕਰੀਆਂ ਬਰਾਬਰ ਪੇ ਸਕੇਲ ਤੇ ਮਿਲਣੀਆਂ ਚਾਹੀਦੀਆਂ ਨੇ। Such behavior and thinking should definitely be changed for the prosperity of a family as well as that of a society। ਤੇ ਇਹ ਸੋਚ ਜਿਹੜੀ ਉਹ ਬਦਲਣ ਦੀ ਲੋੜ ਹੈਗੀ ਆ, ਸਮਾਜ ਦੇ ਪੱਖੋਂ ਵੀ ਤੇ ਫੈਮਿਲੀ ਦੇ ਪੱਖੋਂ ਵੀ ਉਹ ਵੀ ਤਰੱਕੀ ਕਰ ਸਕੇ ਤੇ ਸਮਾਜ ਵੀ ਤਰੱਕੀ ਕਰ ਸਕੇ। On the other hand, there are certain aspects in which rigidness of a person has a positive outcome। लेकिन इस तो उल्ट कई बार rigid होना भी वधिया है कुछ पक्षां ते, so that ਉਹਦੇ ਵਿੱਚ ਬੰਦਾ ਜਿਹੜਾ ਹੈ ਉਹ ਵਧੀਆ ਉੱਭਰ ਕੇ ਆਉਂਦਾ ਹੈ। ਕਿਹੜੀ ਚੀਜ਼ਾਂ ਤੇ ਤੁਹਾਨੂੰ rigid ਇੱਕ ਐਸਪੈਕਟ ਰੱਖਣਾ ਚਾਹੀਦਾ ਹੈ, ਜਿਵੇਂ honesty, ਇਮਾਨਦਾਰੀ, ਐਂਟੀ ਕਰਪਸ਼ਨ ਕਹਿਣ ਦਾ ਮਤਲਬ ਘੂਸ ਨਾ ਦੇਣਾ, not using unfair means during the exams ਦੇ ਟਾਈਮ ਤੇ cheating ਵੀਟਿੰਗ ਨਾ ਕਰਨਾ, ਉਹਦੇ ਤੇ ਰਿਜਿਡ ਹੋਣਾ ਬਹੁਤ ਜ਼ਰੂਰੀ ਹੈ ਵੀ ਇਹ ਮੇਰੇ ਸਿਧਾਂਤ ਹੈਗੇ ਨੇ ਤੇ ਇਹਨਾਂ ਦੀ ਮੈਂ ਤੋੜ ਮਰੋੜ ਨਹੀਂ ਕਰਨੀ। ਹੁਣ ਇੱਥੇ ਦਿੱਤਾ ਗਿਆ what do you know the names of such people in Indian history who contributed in changing the society। ਤੁਹਾਨੂੰ ਇੰਡੀਆ ਦੇ ਇਤਿਹਾਸ ਦੇ ਵਿੱਚ, ਭਾਰਤੀ ਇਤਿਹਾਸ ਦੇ ਵਿੱਚ ਅਜਿਹੇ ਲੋਕਾਂ ਦੇ ਨਾਂ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਆਪਾਂ ਇਹ ਕਹਿ ਸਕਦੇ ਹਾਂ ਵੀ
ਇੰਡੀਆ ਦੇ ਸਮਾਜ ਨੂੰ ਬਦਲਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਐਂਡ ਮੇਕਿੰਗ ਇਟ ਫ੍ਰੀ ਫਰਮ ਸੋਸ਼ਲ ਈਵਲਸ ਡਿਊ ਟੂ देयर ਫਲੈਕਸੀਬਲ ਐਟੀਟਿਊਡ ਤੇ ਸਮਾਜਿਕ ਬੁਰਾਈਆਂ ਤੋਂ ਮੁਕਤ ਵੀ ਕੀਤਾ ਕਿਉਂਕਿ ਉਹਨਾਂ ਦੀ ਸੋਚ ਵਧੀਆ ਸੀ, ਓਪਨ ਸੀਗੇ ਨਿਊ ਆਈਡੀਆਜ਼। What would be today's social scenario if they had not done so? ਤੇ ਜੇ ਉਹ ਅਜਿਹਾ ਨਾ ਕਰਦੇ ਤੇ ਅੱਜ ਦੀ ਸਥਿਤੀ ਕੀ ਹੋਣੀ ਸੀ, ਉਹਦੇ ਤੇ ਦੱਸਣਾ। ਇਹਦਾ ਜਵਾਬ ਮੈਂ ਇੱਥੇ ਲਿਖਿਆ। ਜਿਵੇਂ ਸਭ ਤੋਂ ਪਹਿਲਾਂ ਨਾਂ ਜਿਨ੍ਹਾਂ ਨੇ ਯੋਗਦਾਨ ਪਾਇਆ ਸੀ ਇੰਡੀਆ ਦੇ ਸੱਭਿਆਚਾਰ, ਇੰਡੀਆ ਦੇ ਸੁਸਾਇਟੀ ਨੂੰ ਬਦਲਣ ਦਾ, ਉਹ ਸੀ ਰਾਜਾ ਰਾਮ ਮੋਹਨ ਰਾਏ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਇੰਡੀਅਨ ਰੈਨੇਸਾਂ, ਬਦਲਾਵ ਦੇ ਫਾਦਰ ਕਿਹਾ ਜਾਂਦਾ ਹੈ। ਹੀ ਕੈਂਪੇਨਡ ਅਗੇਂਸਟ ਦ ਪ੍ਰੈਕਟਿਸਿਸ ਲਾਈਕ ਸਤੀ, ਜਿਵੇਂ ਕਿਸੇ ਕੁੜੀ ਦਾ ਉਸ ਟਾਈਮ ਤੇ ਜੇ ਹਸਬੈਂਡ ਦੀ ਡੈਥ ਹੋ ਜਾਂਦੀ ਸੀ ਉਹਨੂੰ ਵੀ ਚਿਤਾ ਦੇ ਵਿੱਚ ਜਿੰਦਾ ਹੀ ਜਲਾ ਦਿੱਤਾ ਜਾਂਦਾ ਸੀ। ਉਹਨਾਂ ਨੇ ਇਸ ਦੇ ਅਗੇਂਸਟ ਸਟੈਂਡ ਲਿੱਤਾ ਵੀ ਇਦਾਂ ਕਿਸੇ ਨੂੰ ਮਾਰਨਾ ਗਲਤ ਗੱਲ ਹੈਗਾ, ਖਾਸ ਤੌਰ ਤੇ ਕੁੜੀਆਂ ਨੂੰ। ਐਂਡ ਐਡਵੋਕੇਟਡ ਫॉर ਵਿਮਨਸ ਰਾਈਟਸ ਇਨ ਐਜੂਕੇਸ਼ਨ, ਉਹਨਾਂ ਨੇ ਬਹੁਤ ਲੜਾਈ ਲੜੀ ਸੀ ਵੀ ਕੁੜੀਆਂ ਦੇ ਹੱਕ ਪਿੱਛੇ, ਉਹਨਾਂ ਦੀ ਐਜੂਕੇਸ਼ਨ ਪੜ੍ਹਾਈ ਲਿਖਾਈ ਪਿੱਛੇ। Without his efforts, the abolition of sati and advancement in women's rights might have been delayed, affecting gender equality and social justice movements in India। ਤੇ ਜੇ ਉਹ ਯੋਗਦਾਨ ਨਾ ਪਾਉਂਦੇ, ਜੋ ਕਠਿਨਾਈਆਂ ਦਾ ਸਾਹਮਣਾ ਨਾ ਕਰਦੇ, ਜੇ ਉਹ ਨਾ ਲੜਦੇ, ਤੇ ਅੱਜ ਜਿਹੜੀਆਂ ਕੁੜੀਆਂ ਦੀ ਸਥਿਤੀ ਹੈਗੀ ਉਹ ਸ਼ਾਇਦ ਉੱਥੇ ਤੱਕ ਪਹੁੰਚਣ ਲਈ ਬਹੁਤ ਟਾਈਮ ਲੱਗ ਜਾਂਦਾ। ਜਿਵੇਂ ਆਪਾਂ ਅੱਜ ਬੋਲ ਪਾ ਰਹੇ ਹਾਂ, ਬਾਹਰ ਜਾ ਪਾ ਰਹੇ ਹਾਂ, ਜਾਂ ਅੱਜ ਕੱਲ ਜਿੰਦਾ ਨਹੀਂ ਚਲਾਇਆ ਜਾਂਦਾ ਕੁੜੀਆਂ ਨੂੰ ਜਦ ਹਸਬੈਂਡ ਪੂਰਾ ਹੋ ਜਾਂਦਾ ਹੈ, ਤਾਂ ਇਹਨਾਂ ਚੀਜ਼ਾਂ ਵਿੱਚ ਬਹੁਤ ਡਿਲੇ ਹੋ ਜਾਂਦਾ। ठीक है, फिर है महात्मा गांधी जी। थ्रू हिज प्रिंसिपल ऑफ नॉन वायलेंस, भी मारना कुटना नहीं, अहिंसा जिन्हों कहते हैं, सिविल डिसोबीडियंस भी, ਤੁਸੀਂ ਉਹਨਾਂ ਦੇ ਹੱਕ ਦੀ ਗੱਲ ਨਾ ਕਰੋ ਤੇ ਉਹਨਾਂ ਦੀ ਸਰਵਿਸਿਜ਼ ਨਾ ਯੂਜ਼ ਕਰੋ ਬ੍ਰਿਟਿਸ਼ਰਸ ਦੀ, ਜਿਵੇਂ ਅੰਗਰੇਜ਼ਾਂ ਦੇ ਟਾਈਮ ਤੇ ਉਹ ਲੜ ਰਹੇ ਸੀ। ਗਾਂਧੀ ਜੀ ਇੱਥੇ ਆ ਜਾਏਗਾ। ਲੈਡ ਇੰਡੀਆਜ਼ ਇੰਡੀਪੈਂਡੈਂਸ ਮੂਵਮੈਂਟ ਅਗੇਂਸਟ ਬ੍ਰਿਟਿਸ਼ ਕੋਲੋਨੀਅਲ ਰੂਲ, ਉਹਨਾਂ ਨੇ ਲੜਾਈ ਲੜੀ ਸੀ ਅੰਗਰੇਜ਼ਾਂ ਖਿਲਾਫ, ठीक है। His flexible approach to political strategy and his emphasis on social reforms like promoting unity among Hindus and Muslims helped shape modern India's pluralistic society। ਤੇ ਉਹ ਯੋਗਦਾਨ ਇਸ ਕਰਕੇ ਉਹਨਾਂ ਨੇ ਵਧੀਆ ਪਾਇਆ ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਲੜਾਈ ਇਕੱਲੀ ਕਿਸੇ ਇੱਕ ਧਰਮ ਦੇ ਲੋਕਾਂ ਤੋਂ ਨਹੀਂ ਲੜੀ ਜਾ ਸਕਦੀ, ਇਹ ਸਾਰਿਆਂ ਦੀ ਸਾਂਝੀ ਪ੍ਰੋਬਲਮ ਹੈ। ਹਿੰਦੂਜ਼, ਮੁਸਲਿਮ, ਬਾਕੀ ਧਰਮ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋਣ, ਆਪਣੇ ਡਿਫਰੈਂਸਸ ਬ੍ਰਿਜ ਕਰਨ ਤੇ ਇਕੱਠੇ ਲੜਾਈ ਲੜਨ, ਉਹ ਜ਼ਿਆਦਾ ਜ਼ਰੂਰੀ ਹੈ। ਇਸੇ ਕਰਕੇ ਅੱਜ ਦਾ ਜਿਹੜਾ ਸਮਾਜ ਹੈ ਉਹ ਪਲੂਰਲਿਸਟਿਕ सोसाइटी, यानी ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਹੈਗੇ ਨੇ ਇਕੱਠੇ ਰਲ ਮਿਲ ਕੇ ਰਹਿੰਦੇ ਨੇ। फिर है डॉक्टर बी आर अंबेडकर, की आर्कीटेक्ट ऑफ द इंडियन कॉन्स्टिट्यूशन, जिन्होंने संविधान बनाने च बहुत बड़ा योगदान पाया। अंबेडकर डेडिकेटेड हिज लाइफ टू फाइटिंग अगेंस्ट कास्ट डिस्क्रिमिनेशन, जिहड़ा जात ਨੂੰ ਲੈ ਕੇ ਭੇਦਭਾਵ ਸੀ ਉਹਦੇ ਅਗੇਂਸਟ ਉਹਨਾਂ ਨੇ ਆਵਾਜ਼ ਚੱਕੀ ਸੀ। ਐਂਡ ਐਡਵੋਕੇਟਿੰਗ ਫॉर ਸੋਸ਼ਲ ਜਸਟਿਸ ਫॉर ਦਲਿਤਸ, ਜਿਹੜੇ ਪਿਛੜੇ ਹੋਏ ਲੋਕ ਸੀ ਜਿਨ੍ਹਾਂ ਨੂੰ ਅਨਟੱਚੇਬਲਸ ਕਿਹਾ ਜਾਂਦਾ ਸੀ, ਉਹ ਪਹਿਲਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਸੀ, ਐਜੂਕੇਸ਼ਨ ਸਿਸਟਮ ਬੜਾ ਖਰਾਬ ਸੀ ਉਹਨਾਂ ਲਈ, ਠੀਕ ਹੈ, ਨੌਕਰੀਆਂ ਨਹੀਂ ਮਿਲਦੀਆਂ ਸੀ, ਉਹਨਾਂ ਨੇ ਉਹਨਾਂ ਦੇ ਹੱਕ ਦੇ ਲਈ ਆਵਾਜ਼ ਚੱਕੀ। His efforts led to significant reforms, badlav aaye, including the abolition of untouchability and promotion of equality in Indian society। भी समाज दे विच बराबरी रहे ते untouchability जिहड़ी हैगी आ ओह खत्म हो जाए, छूत-छात दी बीमारी। फिर हैगे ने ज्योतिराव फूले, a social reformer and a pioneer of women's education movement in India। Phule worked tirelessly to eradicate caste-based discrimination and promote education among marginalized communities, especially women। ਇਹਨਾਂ ਇੱਕ ਸਮਾਜ ਸੇਵਕ ਸਨ ਜਿਨ੍ਹਾਂ ਨੇ ਕਿਹਾ ਵੀ ਕੁੜੀਆਂ ਦੀ ਐਜੂਕੇਸ਼ਨ ਲਈ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਤੇ ਆ ਜਿਹੜੀ ਕਾਸਟ ਬੇਸਡ ਛੂਤ-ਛਾਤ ਤੇ ਡਿਸਕ੍ਰਿਮੀਨੇਸ਼ਨ, ਭੇਦਭਾਵ ਹੁੰਦਾ, ਉਹਦੇ ਅਗੇਂਸਟ ਉਹਨਾਂ ਨੇ ਆਵਾਜ਼ ਚੱਕੀ ਸੀ। ਤੇ ਐਜੂਕੇਸ਼ਨ ਜਿਹੜੀ ਘੱਟ ਤਰੱਕੀ ਕੀਤੇ ਹੋਈ ਕਮਿਊਨਿਟੀਜ਼ ਨੂੰ ਮਿਲਦੀ ਆ, ਉਹਦੇ ਲਈ ਉਹਨਾਂ ਲਈ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਕਿ ਉਹ ਆਪਣੇ ਆਪ ਨੂੰ ਵਿਕਸਿਤ ਕਰ ਸਕਣ, ਅੱਗੇ ਵੱਧ ਸਕਣ, ਸਪੈਸ਼ਲੀ ਵਿਮਨ ਜਿਹੜੇ ਉਸ ਟਾਈਮ ਤੇ ਹੁਣ ਵੀ ਮੰਨਿਆ ਜਾਂਦਾ ਕਾਫੀ ਪਿਛੜੇ ਹੋਏ ਨੇ, ਅੱਜ ਵੀ ਉਹਨਾਂ ਨੂੰ ਪ੍ਰਮੋਟ ਕਰਨ ਦੀ ਲੋੜ ਹੈਗੀ ਆ ਤਾਂ ਕਿ ਉਹ ਅੱਗੇ ਆ ਸਕਣ ਕਿਉਂਕਿ ਕੁੜੀਆਂ ਵਿੱਚ ਬਹੁਤ ਹੁਨਰ ਹੁੰਦੇ ਨੇ। His contributions laid the foundation for social equality and educational empowerment in India। ਵੀ ਸਮਾਜ ਦੇ ਵਿੱਚ ਬਰਾਬਰੀ ਹੋਣੀ ਬਹੁਤ ਜ਼ਰੂਰੀ ਹੈ ਉਹਨਾਂ ਦੇ ਐਫਰਟ ਸਦਕਾ, ਤੇ ਨਾਲ ਦੀ ਨਾਲ empowerment ਹੋਏ ਵੀ ਐਜੂਕੇਸ਼ਨ ਕਰਕੇ ਬੰਦਾ ਕੁਝ ਵੀ ਹਾਸਲ ਕਰ ਸਕਦਾ, ਠੀਕ ਹੈ। ਤੇ ਇੰਡੀਆ ਦਾ ਸਿਨੈਰੀਓ ਇੱਥੇ ਦੱਸਿਆ ਗਿਆ ਹੈ would likely be very different, ਬਹੁਤ ਵੱਖਰਾ ਹੁੰਦਾ ਜੇ social reformers ਇਹ actions ਨਾ ਲੈਂਦੇ, ਇਹਨਾਂ ਦੇ efforts ਤੋਂ ਬਗੈਰ gender inequality ਹੁੰਦੀ, ਮੁੰਡੇ ਕੁੜੀਆਂ ਵਿੱਚ ਬਹੁਤ ਭੇਦਭਾਵ ਹੁੰਦਾ ਹੈ ਨਾ, ਸਤੀ ਹੁੰਦੀ, ਚਾਈਲਡ ਮੈਰਿਜ ਛੋਟੇ ਹੁੰਦੇ ਆ ਜਿਵੇਂ ਵਿਆਹ ਹੋ ਜਾਂਦਾ ਹੈ, ਉਹ ਅਜੇ ਵੀ ਚੱਲ ਰਹੇ ਹੁੰਦੇ ਸ਼ਾਇਦ। restricting women's rights and opportunities, ਉਹਨਾਂ ਦੇ ਜਿਹੜੇ ਰਾਈਟਸ ਹੈਗੇ ਨੇ, ਮੌਕੇ ਜਿਹੜੇ ਨੇ ਉਹਨਾਂ ਨੂੰ ਲਿਮਿਟ ਕਰ ਦਿੰਦਾ।
then caste discrimination, भेदभाव कास्ट ਦੇ ਬੇਸ ਤੇ ਜਾਤ ਦੇ ਬੇਸਿਸ ਤੇ ਉਹ ਅੱਜ ਵੀ ਚੱਲ ਰਿਹਾ ਹੁੰਦਾ, ਛੂਤ ਛਾਤ ਦੀ ਬਿਮਾਰੀ ਚੱਲ ਰਹੀ ਹੁੰਦੀ, untouchability and caste based discrimination could continue to oppress marginalized communities, ਜਿਹੜੀਆਂ ਪਿਛੜੀਆਂ ਹੋਈਆਂ communities ਨੇ, hindering social mobility and unity, ਵੀ ਉਹ ਉੱਤੇ ਵੀ ਨਹੀਂ ਆ ਪਾਉਂਦੇ ਤੇ unity ਵੀ ਨਹੀਂ ਹੋ ਪਾਉਂਦੀ। then civil rights, ਲੋਕਾਂ ਦੇ ਹੱਕ ਜਿਹੜੇ ਨੇ ਉਹਦਾ ਲਈ ਲੜਨਾ, the struggle for civil rights and independence from colonial rule might have been prolonged, ਉਹ ਆਜ਼ਾਦੀ ਬਹੁਤ ਦੇਰ ਬਾਅਦ ਮਿਲਦੀ, ਠੀਕ ਹੈ, ਬੇਸਿਕ ਲੋਕਾਂ ਦੇ ਜਿਹੜੇ ਹੱਕ ਹੈ ਉਹ ਨਹੀਂ ਪੂਰੇ ਹੋ ਪਾਉਂਦੇ, impacting India's political and social landscape, ਉਹਨਾਂ ਦਾ ਜਿਹੜਾ ਇੰਡੀਆ ਦਾ ਜਿਹੜਾ ਹੁੰਦਾ ਜਿਹੜਾ ਸਟਰਕਚਰ ਹੈਗਾ ਜੋ ਚੱਲ ਰਿਹਾ ਪੋਲਿਟਿਕਸ ਦੇ ਵਿੱਚ, ਸੋਸਾਇਟੀ ਦੇ ਵਿੱਚ, ਉਹ ਬਹੁਤ ਦੇਰ ਬਾਅਦ ਹਾਸਲ ਹੁੰਦਾ, ਮਤਲਬ ਹੁਣ ਜਿਹੜੀ ਸਥਿਤੀ 'ਚ ਆਪਾਂ ਹੈਗੇ ਆ ਉਹ ਬਹੁਤ ਦੇਰ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਉਹ ਪਹੁੰਚਦੇ ਉੱਥੇ, ਤੇ ਆਪਾਂ ਇਹ ਕਹਾਂਗੇ ਵੀ ਉਹਨਾਂ ਦੀ ਯਤਨਾਂ ਸਦਕਾ ਅੱਜ ਦੀ ਡੇਟ ਦੇ ਵਿੱਚ ਬਹੁਤ ਬਦਲਾਵ ਆਇਆ ਇੰਡੀਆ ਦੇ ਵਿੱਚ। ਹੁਣ ਇੱਥੇ ਦੱਸਿਆ ਗਿਆ, ਡੀਅਰ ਸਟੂਡੈਂਟਸ, ਯੂ ਆਰ ਦ ਫਿਊਚਰ ਆਫ ਦ ਨੇਸ਼ਨ, ਤੁਸੀਂ ਦੇਸ਼ ਦੀ ਆਉਣ ਵਾਲੀ ਪੀੜ੍ਹੀ, ਜਿਹਨੂੰ ਆਪਾਂ ਕੀ ਆਉਣ ਵਾਲੀ ਪੀੜ੍ਹੀ ਕੀ, ਤੁਸੀਂ ਦੇਸ਼ ਦਾ ਭਵਿੱਖ ਹੀ ਹੈਗੇ ਹੋ। The country will be in your hands after some years, ਦੇਸ਼ ਤੁਹਾਡੇ ਹੱਥਾਂ ਵਿੱਚ ਹੋਏਗਾ ਕੁਝ ਸਾਲਾਂ ਬਾਅਦ। You might be feeling that there are some negative practices in today's society which you don't want to see in future, ਤੁਸੀਂ ਅਜੇ ਵੀ ਦੇਖਦੇ ਹੋਵੋਗੇ ਸਮਾਜ ਦੇ ਵਿੱਚ ਕੁਝ ਅਜਿਹੀ ਚੀਜ਼ਾਂ ਹੈਗੀਆਂ ਨੇ ਜੋ ਸ਼ਾਇਦ ਤੁਸੀਂ ਅੱਗੇ ਨਹੀਂ ਦੇਖਣਾ ਚਾਹੁੰਦੇ, ਵੀ ਇਹਨਾਂ 'ਚ ਬਦਲਾਵ ਦੀ ਲੋੜ ਹੈ। ਤੇ ਇੱਥੇ ਕਿਹਾ ਗਿਆ ਸਿਟ ਇਨ 4 ਗਰੁੱਪਸ, 4 ਦੇ ਗਰੁੱਪਸ ਦੇ ਵਿੱਚ ਬੈਠਣਾ ਹੈ, ਜਿਵੇਂ ਇੱਥੇ ਦੱਸਿਆ ਗਿਆ, ਡਿਸਕਸ ਅਬਾਊਟ ਦ ਮਾਲ ਪ੍ਰੈਕਟਿਸਿਸ ਪ੍ਰੈਵਲੈਂਟ ਇਨ ਦ ਸੋਸਾਇਟੀ, ਵੀ ਸਮਾਜ ਦੇ ਵਿੱਚ ਪ੍ਰਚਲਿਤ ਜਿਹੜੇ ਦੁਰਵਿਵਹਾਰ ਹੈਗੇ ਨੇ ਉਹਨਾਂ ਬਾਰੇ ਗੱਲਬਾਤ ਕਰਨੀ ਹੈ, that are needed to be changed, ਇਹਨਾਂ 'ਚ ਚੇਂਜ ਦੀ ਆਉਣ ਦੀ ਲੋੜ ਹੈ, suggestions about the ways to eradicate, ਵੀ ਉਹਨਾਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ। After discussion, the leader of each group will write the points on the blackboard, ਉਸ ਤੋਂ ਬਾਅਦ ਇੱਕ ਬੱਚਾ ਗਰੁੱਪ ਦਾ ਉਹ ਬਲੈਕਬੋਰਡ ਤੇ ਸਭ ਕੁਝ ਲਿਖੇਗਾ, ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ, ਜਿਵੇਂ ਪਹਿਲਾ ਗਰੁੱਪ ਹੈ, ਠੀਕ ਹੈ, ਉਹ ਡਿਸਕਸ ਇਹ ਕਰਦੇ ਨੇ ਕਰਪਸ਼ਨ, ਬਹੁਤ ਜ਼ਿਆਦਾ ਪੈਸੇ ਲਏ ਜਾਂਦੇ ਨੇ, ਭ੍ਰਿਸ਼ਟਾਚਾਰ ਹੈਗਾ, ਤੇ ਇੱਥੇ ਡਿਸਕਸ ਕਰਨਾ ਹਾਊ ਕਰਪਸ਼ਨ ਅਫੈਕਟਸ ਸੋਸਾਇਟੀ, ਸਮਾਜ ਤੇ ਕਿਵੇਂ ਅਸਰ ਪਾਉਂਦਾ ਹੈ, ਸੁਜੈਸਟ ਵੇਜ਼ ਟੂ ਪ੍ਰਮੋਟ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਇਨ ਗਵਰਨੈਂਸ, ਵੀ ਭ੍ਰਿਸ਼ਟਾਚਾਰ ਜੇ ਹੋ ਰਿਹਾ ਤੁਸੀਂ ਕੰਪਲੇਂਟ ਕਰੋ, ਲੋਕਾਂ ਨੂੰ ਜਾਗਰੂਕ ਕਰੋ ਵੀ ਇਹ ਸਭ ਬੰਦ ਕਰਨ। ਫਿਰ ਜੈਂਡਰ ਡਿਸਕ੍ਰਿਮੀਨੇਸ਼ਨ, ਠੀਕ ਹੈ, ਐਕਸਪਲੋਰ ਵੇਜ਼ ਟੂ ਪ੍ਰਮੋਟ ਜੈਂਡਰ ਇਕੁਐਲਿਟੀ, ਕੁੜੀ ਤੇ ਮੁੰਡੇ ਦੇ ਵਿੱਚ ਜਿਹੜਾ ਫਰਕ ਹੋ ਰਿਹਾ ਉਹਨੂੰ ਖਤਮ ਕਰਨ ਦੀ ਲੋੜ ਹੈਗੀ, ਐਜੂਕੇਸ਼ਨ ਦੇ ਵਿੱਚ, ਨੌਕਰੀਆਂ ਦੇ ਵਿੱਚ ਤੇ ਸੋਸ਼ਲ ਨੋਰਮਸ ਦੇ ਵਿੱਚ। ਫਿਰ ਇਨਵਾਇਰਨਮੈਂਟਲ ਡੀਗ੍ਰੇਡੇਸ਼ਨ, ਵਾਤਾਵਰਣ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ, discuss the impact of pollution and deforestation, ਵੀ ਕਿੰਨਾ pollution ਹੋ ਰਿਹਾ ਹੈ, ਕਿੰਨੇ ਪੇੜ ਕੱਟੇ ਜਾ ਰਹੇ ਨੇ, and propose sustainable practices for conservation, ਵੀ ਇਹਨਾਂ ਨੂੰ ਢੱਕਣ ਦੀ ਬਹੁਤ ਲੋੜ ਹੈ, ਕਵਰ ਕਰਨ ਦੀ ਬਹੁਤ ਲੋੜ ਹੈ। ਚਾਈਲਡ ਲੇਬਰ, ਬੱਚਿਆਂ ਤੋਂ ਜਿਹੜਾ ਕੰਮ ਕਰਾਇਆ ਜਾਂਦਾ ਉਹਨਾਂ ਨੂੰ ਸਕੂਲ ਨਹੀਂ ਭੇਜਿਆ ਜਾਂਦਾ, brainstorm ਕਰਨਾ, solutions ਬਾਰੇ ਸੋਚਣਾ ਕਿ ਇਸ ਚਾਈਲਡ ਲੇਬਰ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈਗਾ, and ensure children have access to education and a safe childhood, ਵੀ ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਮੌਕੇ ਮਿਲਣ ਤੇ ਵਧੀਆ ਬਚਪਨ ਹੋਵੇ। ਦੂਜਾ ਗਰੁੱਪ ਕਹੇਗਾ ਕਾਸਟ ਡਿਸਕ੍ਰਿਮੀਨੇਸ਼ਨ, ਜਾਤੀ ਦੇ ਉੱਤੇ ਭੇਦਭਾਵ ਜਿਹੜਾ ਹੈਗਾ ਉਹਨੂੰ ਖਤਮ ਕਰਨ ਦੀ ਲੋੜ ਹੈ। ਡਿਸਕਸ ਦ ਪਰਸਿਸਟੈਂਸ ਆਫ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਐਂਡ ਵੇਜ਼ ਟੂ ਪ੍ਰਮੋਟ ਸੋਸ਼ਲ ਹਾਰਮਨੀ ਐਂਡ ਇਕੁਐਲਿਟੀ, ਵੀ ਸੋਸਾਇਟੀ ਦੇ ਵਿੱਚ ਸ਼ਾਂਤੀ ਹੋਣੀ ਦੀ ਬਹੁਤ ਜ਼ਰੂਰਤ ਹੈ, ਇਕੁਐਲਿਟੀ ਬਰਾਬਰੀ ਲਿਆਉਣ ਦੀ ਬਹੁਤ ਜ਼ਰੂਰਤ ਹੈ। ਹਿਊਮਨ ਟ੍ਰੈਫਿਕਿੰਗ, ਕਹਿਣ ਦਾ ਮਤਲਬ ਲੋਕਾਂ ਨੂੰ ਜਾਨਵਰਾਂ ਵਾਂਗ ਸਮਝ ਕੇ ਇੱਧਰ ਉੱਧਰ ਵੇਚਿਆ ਖਰੀਦਿਆ ਜਾਂਦਾ ਹੈ, ਉਹ ਅਜੇ ਵੀ ਚੱਲ ਰਿਹਾ ਹੈ, ਠੀਕ ਹੈ। ਤਾਂ ਐਕਸਪਲੋਰ ਮੈਜਰਸ ਟੂ ਕੰਬੈਟ, ਰੋਕਣਾ ਹਿਊਮਨ ਟ੍ਰੈਫਿਕਿੰਗ ਐਂਡ ਪ੍ਰੋਟੈਕਟ ਵਲਨਰੇਬਲ ਪੋਪੂਲੇਸ਼ਨ, ਜਿਵੇਂ ਕੁੜੀਆਂ ਨੂੰ ਅੱਜ ਕੱਲ ਕਿਤੇ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਪੈਰੈਂਟਸ ਤੋਂ ਦੂਰ ਪੈਸੇ ਦੇ ਕੇ, ਉਹ ਸਭ ਚੀਜ਼ਾਂ ਰੋਕਣ ਦੀ ਲੋੜ ਹੈ। ਡਰੱਗ ਅਬਿਊਜ਼, ਨਸ਼ੇ ਜਿਹੜੇ ਹੈਗੇ ਨੇ ਵੀ ਉਹਦੇ ਬਾਰੇ, ਉਹਦੇ ਕਿਹੜੇ ਕੀ ਕਨਸੀਕੁਐਂਸਸ ਹੁੰਦੇ ਨੇ, ਅਸਰ ਕੀ ਹੁੰਦੇ ਨੇ, ਸਟ੍ਰੈਟਜੀਜ਼ ਜਿਹਦੇ ਨਾਲ ਆਪਾਂ ਉਹਨੂੰ ਪ੍ਰੀਵੈਂਟ ਕਰ ਸਕਦੇ ਹਾਂ, ਰੀਹੈਬਿਟੇਸ਼ਨ ਕਰ ਸਕਦੇ। ਕਹਿਣ ਦਾ ਮਤਲਬ ਵੀ ਜੇ ਕੋਈ ਬੰਦਾ ਉਜੜੀ ਗਿਆ ਉਹਨੂੰ ਵਾਪਸ ਠੀਕ ਕੀਤਾ ਜਾ ਸਕਦਾ ਹੈ, ਅਵੇਅਰਨੈਸ, ਜਾਗਰੂਕਤਾ ਫੈਲਾਈ ਜਾਏ। ਫਿਰ ਵਾਇਲੈਂਸ ਅਗੇਂਸਟ ਵਿਮਨ, ਅੱਜ ਕੱਲ ਘਰਾਂ ਦੇ ਵਿੱਚ ਕਈ ਵਾਰ ਔਰਤਾਂ ਨੂੰ ਸਹੀ ਤਰੀਕੇ ਨਾਲ ਟ੍ਰੀਟ ਨਹੀਂ ਕੀਤਾ ਜਾਂਦਾ, ਸੈਕਸ਼ੂਅਲ ਅਸੌਲਟ ਕੀਤਾ ਜਾਂਦਾ ਹੈ, ਜਿਵੇਂ ਆਪਾਂ ਦੇਖਦੇ ਹਾਂ ਕਿੰਨੇ ਕੇਸਿਸ ਆਉਂਦੇ ਨੇ ਨਿਊਜ਼ਪੇਪਰ ਦੇ ਵਿੱਚ, ਹੈਰੈਸਮੈਂਟ ਕੀਤੀ ਜਾਂਦੀ ਹੈ ਥਰੂ ਐਜੂਕੇਸ਼ਨ, ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਥਰੂ ਐਜੂਕੇਸ਼ਨ, ਲੀਗਲ ਰਿਫਾਰਮਸ ਤੇ ਸਪੋਰਟ ਸਰਵਿਸਿਜ਼, ਇਹਦੇ ਵਿੱਚ ਸੁਧਾਰ ਹੋ ਸਕਦਾ ਹੈ, ਪੜ੍ਹਾਈ ਲਿਖਾਈ ਕਰਾ ਕੇ ਉਹਨੂੰ ਜਾਗਰੂਕ ਕਰਕੇ, ਸਮਾਜ ਦੇ ਵਿੱਚ ਰਿਫਾਰਮ ਕਰਕੇ, ਉਹਨਾਂ ਨੂੰ ਕਾਨੂੰਨ ਦੇ ਲਾਅ ਸਖਤ ਬਣਾ ਕੇ ਉਹਨਾਂ ਦੀ ਜਿਹੜੀ ਅਬਿਊਜ਼ ਹੈਗੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ। ਤੀਜਾ ਗਰੁੱਪ ਕਹਿੰਦਾ ਵੀ ਜਿਹੜਾ ਅੱਜ ਕੱਲ ਫੇਕ ਨਿਊਜ਼ ਤੇ ਮਿਸ ਇਨਫੋਰਮੇਸ਼ਨ ਚੱਲ ਰਹੀ ਹੈ, WhatsApp ਤੇ ਫੈਲ ਜਾਂਦੀ ਹੈ, ਵੀ ਉਹਦੇ ਕੀ ਅਸਰ ਹੁੰਦੇ ਨੇ,
ਤੇ ਮੀਡੀਆ ਦੇ ਵਿੱਚ ਇਹ ਚੈੱਕ ਕਿਵੇਂ ਕੀਤਾ ਜਾ ਸਕਦਾ ਹੈ ਵੀ ਗਲਤ ਇਨਫੋਰਮੇਸ਼ਨ ਨਾ ਫੈਲਾਈ ਜਾਏ, ਜਿਹਦੇ ਕਰਕੇ ਲੜਾਈਆਂ ਵੀ ਹੁੰਦੀਆਂ, ਦੰਗੇ ਵੀ ਹੁੰਦੇ ਨੇ, ਲੋਕ ਅਫਰਾ ਤਫਰੀ ਦੇ ਵਿੱਚ ਵੀ ਆ ਜਾਂਦੇ ਨੇ। ਉਹ ਚੀਜ਼ ਰੋਕਣੀ ਬਹੁਤ ਜ਼ਰੂਰੀ ਹੈ। ਹੈਲਥ ਕੇਅਰ ਇਨਇਕੁਐਲਿਟੀਜ਼ ਕਹਿਣ ਦਾ ਮਤਲਬ ਵੀ ਹੈਲਥ ਕੇਅਰ ਫੈਸਿਲਿਟੀ ਜਿਹੜੀ ਹੈਗੀ ਆ ਉਹ ਸਾਰਿਆਂ ਨੂੰ ਬਰਾਬਰ ਨਹੀਂ ਮਿਲਦੀ। ਕਈ ਅਮੀਰ ਲੋਕ ਤਾਂ ਚਲੋ ਜਾ ਕੇ ਵੱਡੇ ਹਸਪਤਾਲਾਂ 'ਚ ਬੈਠ ਜਾਂਦੇ ਨੇ, ਜਿਹੜੇ ਸਰਕਾਰੀ ਹਸਪਤਾਲ ਨੇ ਕਈ ਵਾਰ ਉੱਥੇ ਵਧੀਆ ਫੈਸਿਲਿਟੀ ਨਹੀਂ ਮਿਲਦੀ, ਲੰਬੇ ਲੰਬੇ ਲਾਈਨਾਂ 'ਚ ਲੱਗਣਾ ਪੈਂਦਾ, ਇਲਾਜ ਨਹੀਂ ਟਾਈਮ ਤੇ ਮਿਲ ਪਾਉਂਦਾ। ਤਾਂ ਇਹ ਭੇਦਭਾਵ ਹੈਗੇ ਨੂੰ ਦੂਰ ਕਰਨ ਦੀ ਲੋੜ ਹੈ। ਹੈਲਥ ਤਾਂ ਬੇਸਿਕ ਹੈ ਨਾ, ਐਜੂਕੇਸ਼ਨ ਹੈਲਥ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ, ਪਾਣੀ ਰੋਟੀ। ਉਵੇਂ ਹੀ ਐਜੂਕੇਸ਼ਨ ਦੇ ਵਿੱਚ ਇਨਇਕੁਐਲਿਟੀ ਹੈ ਵੀ ਕੁੜੀ ਤੇ ਮੁੰਡੇ ਦੇ ਵਿੱਚ, ਅਮੀਰ ਤੇ ਗਰੀਬ ਦੇ ਵਿੱਚ, ਮਤਲਬ ਏਦਾਂ ਸਮਝਿਆ ਜਾਂਦਾ ਵੀ ਚਲੋ ਵਧੀਆ ਸਕੂਲ 'ਚ ਪੜ੍ਹਨੇ ਉੱਥੇ ਜ਼ਿਆਦਾ ਪੜ੍ਹਾ ਦਿਓ। ਕਈ ਵਾਰ ਇਹ ਸੋਚਿਆ ਜਾਂਦਾ, ਪਰ ਏਦਾਂ ਨਹੀਂ। ਐਜੂਕੇਸ਼ਨ ਸਭ ਪਾਸੇ ਵਧੀਆ ਮਿਲ ਰਹੀ ਹੈ, ਪੜ੍ਹਨ ਦੀ ਚਾਹ ਹੋਣੀ ਬਹੁਤ ਜ਼ਰੂਰੀ ਹੈ। ਫਰਕ ਨਹੀਂ ਕਰਨਾ ਚਾਹੀਦਾ ਕੁੜੀ ਤੇ ਮੁੰਡੇ ਦੇ ਵਿੱਚ। ਐਨੀਮਲਸ ਦੇ ਅਗੇਂਸਟ ਜਿਹੜੀ ਕ੍ਰੂਐਲਿਟੀ ਹੁੰਦੀ ਹੈ, ਕਿੰਨੇ ਟੈਸਟ ਕੀਤੇ ਜਾਂਦੇ ਨੇ, ਜਾਨਵਰਾਂ ਦਾ ਅਬਿਊਜ਼ ਕੀਤਾ ਜਾਂਦਾ ਹੈ। ਆਪਾਂ ਦੇਖਦੇ ਹਾਂ ਡੌਗਸ ਕਿਹੜੀ ਹਾਲਤ ਦੇ ਵਿੱਚ ਮਿਲਦੇ ਨੇ। ਉਹ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਸਰਕਸ ਦੇ ਵਿੱਚ ਠੀਕ ਐਨੀਮਲਸ ਯੂਜ਼ ਹੁੰਦੇ ਨੇ, ਪਰ ਗਲਤ ਇਸਤੇਮਾਲ ਬਹੁਤ ਜ਼ਿਆਦਾ, ਉਹਨਾਂ ਨੂੰ ਖਾਣ ਪੀਣ ਨੂੰ ਨਾ ਦੇਣਾ ਤੇ ਘਸਾਈ ਜਾਣਾ, ਉਹ ਵੀ ਗਲਤ ਹੈਗਾ। ਠੀਕ ਹੈ, ਚਾਰਾ ਨਾ ਦੇਣਾ, ਪਾਣੀ ਨਾ ਦੇਣਾ, ਉਹਦੇ ਲਈ ਰਾਈਟਸ ਤੇ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ। ਚੌਥਾ ਗਰੁੱਪ ਜਿਹੜਾ ਪੁਆਇੰਟ ਲੈ ਕੇ ਆ ਸਕਦੇ ਹੋ ਹੈ ਪੋਲਿਟੀਕਲ ਪੋਲਰਾਈਜੇਸ਼ਨ। ਵੀ ਕਿਸ ਤਰੀਕੇ ਦੇ ਨਾਲ ਆਪਾਂ ਪੋਲਿਟਿਕਸ ਦੇ ਵਿੱਚ ਸਾਰੇ ਇਕੱਠੇ ਹੋ ਕੇ ਲੜਾਈ ਮੁੱਦੇ ਜਿਹੜੇ ਨੇ ਚੱਕ ਸਕਦੇ ਨੇ, ਲੜਾਈਆਂ ਸੋਲਵ ਕਰਵਾ ਸਕਦੇ ਨੇ ਇਕੱਠੇ ਹੋ ਕੇ। ਇਹ ਨਹੀਂ ਕਿ ਇੱਕ ਜਾਤੀ ਨੂੰ, ਆਪਣੇ ਲੋਕਾਂ ਨੂੰ ਉਹਦੇ ਬਾਰੇ ਗੱਲ ਕਰਨੀ, ਸਾਰਿਆਂ ਦੇ ਭਲਾਈ ਦੀ ਗੱਲ ਕਰਨ ਦੀ ਲੋੜ ਹੈ। ਪਾਵਰਟੀ, ਗਰੀਬੀ ਖਤਮ ਕਰਨੀ ਬਹੁਤ ਜ਼ਰੂਰੀ ਹੈ ਨਾ। ਫਿਰ ਉਸ ਤੋਂ ਬਾਅਦ ਓਵਰ ਪੋਪੂਲੇਸ਼ਨ, ਇੰਨੀ ਪੋਪੂਲੇਸ਼ਨ ਵੱਧ ਰਹੀ ਹੈ, ਨੌਕਰੀਆਂ ਨਹੀਂ ਹੈ, ਐਜੂਕੇਸ਼ਨ ਫੈਸਿਲਿਟੀ ਨਹੀਂ ਮਿਲ ਪਾਉਂਦੀ, ਫਿਰ ਉਹਦੇ ਕਰਕੇ ਨਾ ਸੋਸਾਇਟੀ ਤੇ ਇਹਦੇ ਨਾਲ ਦੀ ਨਾਲ ਕੰਟਰੀ ਦੀ ਜਿਹੜੀ ਪ੍ਰੋਗਰੈਸ ਹੈ ਉਹ ਰੁਕ ਜਾਂਦੀ ਹੈ। ਫੈਮਿਲੀ ਪਲੈਨਿੰਗ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ, ਪੋਪੂਲੇਸ਼ਨ ਨੂੰ ਮੈਨੇਜ ਕਰਨ ਦੀ ਲੋੜ ਹੈ। ਜੇ ਐਜੂਕੇਸ਼ਨ ਨਹੀਂ ਲਈ ਤਾਂ ਤੁਸੀਂ ਵੋਕੇਸ਼ਨਲ ਟ੍ਰੇਨਿੰਗ ਲੈ ਲਓ, ਕਢਾਈ ਬੁਣਾਈ ਸਿੱਖ ਲਓ, ਮਕੈਨਿਕੀ ਦਾ ਕੰਮ ਸਿੱਖ ਲਓ, ਸਭ ਕੁਝ ਅੱਜ ਕੱਲ ਚੱਲ ਰਿਹਾ। then cyber security ਅੱਜਕੱਲ ਤੁਹਾਨੂੰ ਪਤਾ ਹੈ WhatsApp ਤੇ ਮੈਸੇजेस, ਕਾਲਸ, ਫਿਰ ਉਸ ਤੋਂ ਬਾਅਦ ਤੁਹਾਡਾ ਅਕਾਊਂਟ ਨੰਬਰ ਲੈ ਲਿਆ ਜਾਂਦਾ ਹੈ, ਅਕਾਊਂਟ ਹੈਕ ਕਰ ਲਿੱਤਾ ਜਾਂਦਾ ਹੈ, ਉਹ ਸਭ ਵੀ ਹੋ ਰਿਹਾ ਆਨਲਾਈਨ। ਸੇਫਟੀ ਨੂੰ ਪ੍ਰਮੋਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਤਾਂ ਕਿ ਲੋਕਾਂ ਦੇ ਜਿਹੜੇ ਮਿਹਨਤ ਦੀ ਕਮਾਈ ਹੈ ਉਹ ਨਾ ਗਾਇਬ ਹੋ ਜੇ। ਲੋਕਾਂ ਦੇ YouTube ਅਕਾਊਂਟ, Instagram ਅਕਾਊਂਟ ਉਹ ਹੈਕ ਕਰ ਲਏ ਜਾਂਦੇ ਨੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਠੀਕ ਹੈ, ਤੇ ਇਹ ਸੀਗੇ ਸਾਰੇ ਪੁਆਇੰਟਸ ਤੇ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਆਪਾਂ ਜੋ ਅੱਜ ਡਿਸਕਸ ਕੀਤਾ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ। ਇਸੇ ਚੈਪਟਰ ਦੀ ਤੇ ਪੂਰੀ ਬੁੱਕ ਦੀ ਪਲੇਲਿਸਟ ਮੈਂ ਆਲਰੇਡੀ ਅਪਲੋਡ ਕੀਤੀ ਹੋਈ ਆ ਵੀਡੀਓਜ਼, ਤੁਸੀਂ ਜਾ ਕੇ ਦੇਖ ਸਕਦੇ ਹੋ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।